ਹਾਂ ਹਾਂ ਬੇਟਾ, ਅਸੀਂ ਜਿਹੜੀ ਚੈਪਟਰ ਸੀ ਸਾਡਾ ਸ਼ੁਰੂ ਕੀਤਾ ਸੀ ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨ। ਉਹਦੇ ਵਿੱਚ ਹੁਣ ਤੱਕ ਅਸੀਂ ਪੜ੍ਹਿਆ ਸੀ ਵੀ ਕੈਮੀਕਲ ਰਿਐਕਸ਼ਨ ਕੀ ਹੁੰਦੀ ਆ, ਠੀਕ ਹੈ ਨਾ। ਪ੍ਰੋਸੈਸ ਇਨ ਵਿਚ ਇਹ ਨਿਊ ਸਬਸਟਾਂਸ ਇਜ਼ ਫਾਰਮਡ ਦੈਟ ਵੀ ਕਾਲਡ ਕੈਮੀਕਲ ਰਿਐਕਸ਼ਨ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀਗਾ ਕਿ ਜਿਹੜੇ ਕੈਮੀਕਲ ਰਿਐਕਸ਼ਨ ਹੋਈ ਆ ਇਹਦਾ ਸਾਨੂੰ ਕਿਵੇਂ ਪਤਾ ਲੱਗਦਾ, ਤਾਂ ਦੇਅਰ ਆਰ ਸਮ ਆਫ ਦਾ ਕਰੈਕਟਰਿਸਟਿਕਸ, ਠੀਕ ਹੈ ਨਾ। ਕੁਝ ਕਰੈਕਟਰਿਸਟਿਕਸ ਹੁੰਦੇ ਆ, ਕੁਝ ਆਬਜ਼ਰਵੇਸ਼ਨ ਹੁੰਦੀਆਂ on the basis of which we decide that a chemical reaction has taken place। ਉਹ ਕੀ ਸੀਗਾ? change in state, change in color, evolution of gas, change in temperature, ਔਰ ਸੀਗਾ production of sound and light। ਠੀਕ ਹੈ, ਫਿਰ ਅਸੀਂ ਕੈਮੀਕਲ ਇਕੁਏਸ਼ਨ ਬਾਰੇ ਪੜ੍ਹਿਆ ਸੀਗਾ ਵੀ ਕੈਮੀਕਲ ਇਕੁਏਸ਼ਨ ਕੀ ਹੁੰਦੀ ਆ। ਇਟ ਇਜ਼ ਅ ਰਿਪਰੈਜ਼ੈਂਟੇਸ਼ਨ, ਪੜ੍ਹਿਆ ਸੀਗਾ ਕਿ ਕੈਮੀਕਲ ਇਕੁਏਸ਼ਨ ਇਟ ਇਜ਼ ਅ ਰਿਪਰੈਜ਼ੈਂਟੇਸ਼ਨ ਆਫ the elements or compounds। it is a representation of the chemical elements or compounds involved in the chemical reaction in the form of symbols of atoms or molecular formula of the compounds instead of words। ਠੀਕ ਹੈ ਨਾ, ਵਰਡ ਦੀ ਜਗ੍ਹਾ ਤੇ ਸ਼ਬਦਾਂ ਦੀ ਥਾਂ ਦੇ ਉੱਤੇ ਅਸੀਂ ਜਿਹੜੇ ਉਹਦੇ ਵਿੱਚ ਸਬਸਟਾਂਸ ਰਿਐਕਟ ਕਰਦੇ ਆ ਜਾਂ ਪ੍ਰੋਡਕਟ ਪ੍ਰੋਡਿਊਸ ਹੁੰਦੇ ਆ। ਆਪਾਂ ਦੇਖਿਆ ਸੀ ਨਾ ਵੀ ਦੇਰ ਆਰ ਟੂ ਕਾਈਂਡ ਆਫ ਕੰਪੋਨੈਂਟ, ਠੀਕ ਹੈ ਨਾ। ਫਸਟ ਵੀ ਕਾਲ ਦਾ ਰਿਐਕਟੈਂਟਸ, ਦੈਨ ਪ੍ਰੋਡਕਟ, ਦੇਰ ਦੇ ਸਬਸਟਾਂਸਸ or the elements or the compounds that undergo chemical change in a reaction, we call these reactants, and reactants are written on the left hand side। ठीक है जी, the product की new substance formed in a chemical reaction that we call the product, and it was written on the right hand side। ठीक है बेटा, ਹੁਣ ਜਿਹੜਾ ਅਸੀਂ ਅੱਜ ਦਾ ਟੌਪਿਕ ਸਾਡਾ ਹੈਗਾ ਉਹ ਸੀਗਾ, ਅਸੀਂ ਕਰਨਾ ਬੈਲੈਂਸਡ ਕੈਮੀਕਲ ਇਕੁਏਸ਼ਨ। ਅਸੀਂ ਥੋੜਾ ਜਿਹਾ ਪੜ੍ਹਿਆ ਸੀਗਾ, ਇਹਦੇ ਵਿੱਚ ਤੁਹਾਨੂੰ ਅਸਾਈਨਮੈਂਟ ਵੀ ਸੀ ਬੈਲੈਂਸਡ ਕੈਮੀਕਲ ਇਕੁਏਸ਼ਨ ਕੀ ਹੁੰਦੀ ਆ। ਉਹਦੇ ਵਿੱਚ ਕੀ ਹੁੰਦਾ, ਉਹ ਇੱਕ ਰਿਐਕਸ਼ਨ ਇਨ ਵਿੱਚ the number of atoms on the left hand side or in the reactants is equal to the number of atoms in the products। ਠੀਕ ਹੈ ਨਾ। ਇੱਧਰ ਆਪਾਂ ਦੇਖੋ 3 ਸੀਗੇ, ਇੱਧਰ 2 ਰਹਿ ਗਏ ਸੀ, ਇਹ ਅਨਬੈਲੈਂਸ ਸੀਗੀ। ਠੀਕ ਹੈ ਨਾ। ਬੈਲੈਂਸ ਕੈਮੀਕਲ ਇਕੁਏਸ਼ਨ ਕੀ ਹੁੰਦੀ ਆ? a chemical equation in which the number of atoms is equal on both sides of the chemical equation is called a balanced chemical equation। ਫਿਰ ਅਸੀਂ ਉਸ ਨੂੰ ਪੜ੍ਹਿਆ ਸੀਗਾ ਕਿ by a chemical equation should be balanced, ਤੇ ਤੁਹਾਨੂੰ ਦੱਸਿਆ ਸੀਗਾ ਕਿ according to the law of mass conservation matter can neither be created nor destroyed in a chemical reaction। ਠੀਕ ਹੈ ਨਾ। ਸੋ ਇਹ ਕੈਮੀਕਲ ਇਕੁਏਸ਼ਨ ਮਸਟ ਬੀ ਬੈਲੈਂਸਡ। ਕਿਉਂ ਬੈਲੈਂਸ ਕੀਤਾ ਜਾਣਾ? ਕਿਉਂਕਿ ਲਾ ਆਫ ਮਾਸ ਕੰਜ਼ਰਵੇਸ਼ਨ ਦੇ ਮੁਤਾਬਕ ਜਿਹੜਾ ਮਾਦਾ ਹੈ, ਮੈਟਰ ਹੈਗਾ, ਨਾ ਅਸੀਂ ਇਹਨੂੰ ਕ੍ਰੀਏਟ ਕਰ ਸਕਦੇ ਆ, ਨਾ ਅਸੀਂ ਇਹਨੂੰ ਡਿਸਟਰੋਏ ਕਰ ਸਕਦੇ ਆ ਕੈਮੀਕਲ ਰਿਐਕਸ਼ਨ ਵਿੱਚ। ਠੀਕ ਹੈ ਨਾ। ਕੈਮੀਕਲ ਰਿਐਕਸ਼ਨ ਦੇ ਵਿੱਚ ਜਿਹੜਾ ਮੈਟਰ ਹੁੰਦਾ ਨਾ ਤਾਂ ਉਹ ਪ੍ਰੋਡਿਊਸ ਹੁੰਦਾ, ਨਾ ਉਹ ਡਿਸਟਰੋਏ ਹੁੰਦਾ। ਇਹ ਇਟ ਇਜ਼ ਦਾ ਬੇਸਿਕ ਰੀਜ਼ਨ, ਠੀਕ ਹੈ ਨਾ, ਵਾਈ ਇਹ ਕੈਮੀਕਲ ਇਕੁਏਸ਼ਨ ਸ਼ੁੱਡ ਬੀ ਬੈਲੈਂਸਡ। ਹੁਣ ਜਿਹੜੀ ਅੱਜ ਦੀ ਅਸੀਂ ਗੱਲ ਕਰਨੀ ਆ, ਅੱਜ ਬੇਟਾ ਅਸੀਂ ਕਰਨਾ ਵੀ ਹਾਊ ਟੂ ਬੈਲੈਂਸ ਏ ਕੈਮੀਕਲ ਇਕੁਏਸ਼ਨ। ਇਹਦਾ ਜਿਹੜਾ ਮੇਨ ਟੌਪਿਕ ਹੈਗਾ ਇਸ ਚੈਪਟਰ ਵਿੱਚ ਤੁਸੀਂ ਸਟੱਡੀ ਕਰਨਾ ਹਾਊ ਟੂ ਬੈਲੈਂਸ। ਠੀਕ ਹੈ ਨਾ। ਅਸੀਂ ਗੱਲ ਕਰਦੇ ਸੀਗੇ ਬੈਲੈਂਸਡ ਕੈਮੀਕਲ ਇਕੁਏਸ਼ਨ ਦੀ। ਬੈਲੈਂਸਡ ਕੈਮੀਕਲ ਇਕੁਏਸ਼ਨ ਆਪਾਂ ਹੁਣੇ ਪੜ੍ਹ ਕੇ ਹਟਿਆ ਵੀ ਕੈਮੀਕਲ ਇਕੁਏਸ਼ਨ ਇਨ ਵਿੱਚ number of atoms is equal on the both sides of a chemical equation। the number of atoms are equal in reactants as well as product। ਅਸੀਂ ਨਾਲ ਹੀ ਆਪਾਂ ਪੜ੍ਹਿਆ ਸੀਗਾ ਕਿ why a chemical equation should be balanced। ਇਹਦਾ ਕਾਰਨ ਕੀ ਸੀਗਾ? because according to law of mass conservation matter can neither be created nor destroyed in a chemical reaction। ਇੰਨਾ ਸਮਝ ਲੱਗ ਗਿਆ ਤੁਹਾਨੂੰ ਪੁੱਤ? ਹਾਂ, ਇਹ ਸਾਡਾ ਇਹ ਜੋ ਅਸੀਂ ਅੱਜ ਤੱਕ ਪੜ੍ਹਿਆ ਸੀਗਾ। ਠੀਕ ਹੈ ਨਾ। ਨੈਕਸਟ ਬੇਟਾ ਹੈਗਾ ਉਹ ਹੈਗਾ ਬੈਲੈਂਸ ਕੈਮੀਕਲ ਇਕੁਏਸ਼ਨ। ਮੇਨ ਗੱਲ ਆ ਵੀ ਹਾਊ ਟੂ ਬੈਲੈਂਸ ਦਾ ਕੈਮੀਕਲ ਇਕੁਏਸ਼ਨ। ਪਹਿਲਾਂ ਕੀ ਲਿਖਿਆ ਜਾਂਦਾ? ਪਹਿਲਾਂ ਲਿਖੀ ਜਾਂਦੀ ਆ ਸਕੈਲੇਟਲ ਕੈਮੀਕਲ ਇਕੁਏਸ਼ਨ। ਦਾ ਸਾਡੇ ਕੋਲ ਇਦਾਂ ਸਾਡੇ ਕੋਲ ਜ਼ਿੰਕ ਪਲੱਸ ਸਲਫਿਊਰਿਕ ਐਸਿਡ
ठीक है ना, साडे कोल बन जाता हैगा जिंक सल्फेट ते हाइड्रोजन। ठीक है ना, असी ये स्टडी किया सी भी जद भी जिहड़ा सल्फ्यूरिक एसिड आ ਉਹਨੂੰ जिंक ਤੇ ਪਾਇਆ ਜਾਂਦਾ जिंक ਰਿਨਿਊਲ ਦੇ ਉੱਤੇ ਤਾਂ जिंक ਸਲਫੇਟ ਤੇ ਹਾਈਡਰੋਜਨ ਗੈਸ ਜਿਹੜੀ ਆ ਉਹ ਬਣਦੀ ਆ। ਠੀਕ ਆ ਜੀ, ਤੇ ਹੁਣ ਅਸੀਂ ਇਹਦਾ ਪਹਿਲਾਂ ਇਹ ਹੁੰਦੀ ਵਾਰਡ ਫਾਰਮ, ਇਹ ਸਾਡੀ ਜਿਹੜੀ ਆ ਇਹ ਕੈਮੀਕਲ ਰਿਐਕਸ਼ਨ ਆ ਇਨ ਦਾ ਫਾਰਮ ਆਫ ਵਾਰਡਸ। बेटा आराम नाल बह जाओ। ठीक है जी, हुण जिहड़ी आ इहड़ी कैमिकल रिएक्शन आ इहनूं असीं बोलदे आ वार्ड इक्वेशन। उपर की लिखिआ असीं, ਇਹ ਹੁੰਦੀ ਆ ਵਾਰਡ ਇਕੁਏਸ਼ਨ। ਹੁਣ ਵਾਰਡ ਇਕੁਏਸ਼ਨ ਨੂੰ ਅਸੀਂ ਕੀ ਕਰਨਾ, ਵੀ ਹੈਵ ਟੂ ਰਿਪਰੈਜ਼ੈਂਟ ਇਨ ਦਾ ਫਾਰਮ ਆਫ ਕੈਮੀਕਲ ਇਕੁਏਸ਼ਨ। ਕੈਮੀਕਲ ਇਕੁਏਸ਼ਨ ਆਪਾਂ ਪੜ੍ਹ ਕੇ ਹਟੇ ਸੀਗੇ ਵੀ ਜਿਹੜਾ ਜਿੰਕ ਹੈਗਾ, ਜਦੋਂ ਅਸੀਂ ਜਿਹੜੇ ਵਾਰਡ ਇਕੁਏਸ਼ਨ ਨੂੰ ਕਿਸੇ ਵੀ ਜਿਹੜੇ ਦੇਖੋ ਇਹ ਰੈਕਟੈਂਟ ਵਾ ਪੜਿਆ ਸੀ, ਥੀਸ ਆਰ ਦਾ ਰੈਕਟੈਂਟਸ ਐਂਡ ਥੀਸ ਆਰ ਦਾ ਪ੍ਰੋਡਕਟ। ਆਪਾਂ ਰੈਕਟੈਂਟਸ ਤੇ ਪ੍ਰੋਡਕਟ, ਰੈਕਟੈਂਟ ਦੇ ਵਿੱਚ ਬੇਟਾ ਐਲੀਮੈਂਟ ਵੀ ਹੋ ਸਕਦਾ ਆ ਤੇ ਕੰਪਾਊਂਡ ਵੀ ਹੋ ਸਕਦਾ। ਇਹਦੇ ਵਿੱਚ ਜਿਹੜਾ ਜਿੰਕ ਐਲੀਮੈਂਟ ਆ, ਸਲਫਿਊਰਿਕ ਐਸਿਡ ਕੰਪਾਊਂਡ ਆ, जिंक सल्फेट कंपाउंड आ, हाइड्रोजन ਇਹਦੇ ਵਿੱਚ ਐਲੀਮੈਂਟ ਆ। ਮਤਲਬ ਕਿਸੇ ਵੀ ਕੈਮੀਕਲ ਰਿਐਕਸ਼ਨ ਵਿੱਚ ਜਿਹੜੇ ਰੈਕਟੈਂਟ ਹੁੰਦੇ ਉਹਨਾਂ 'ਚ ਜਾਂ ਤਾਂ ਐਲੀਮੈਂਟ ਹੋਣੇ ਆ ਜਾਂ ਕੰਪਾਊਂਡ ਹੋਣੇ। ਅਸੀਂ ਉਹ ਐਲੀਮੈਂਟ ਤੇ ਕੰਪਾਊਂਡ ਨੂੰ ਉਹਨਾਂ ਦੇ ਜ਼ਿਆਦਾ ਸਿੰਬਲ, ਜਿਹੜਾ ਐਲੀਮੈਂਟ ਹੁੰਦਾ ਦੇਖੋ ਐਲੀਮੈਂਟ ਦਾ ਆਪਾਂ ਸਿੰਬਲ ਲਿਖਦੇ ਆ। ਠੀਕ ਹੈ ਨਾ, ਜਿਹੜਾ ਕੰਪਾਊਂਡ ਇਨਵੋਲਵ ਹੁੰਦਾ ਜਾਂ ਮੋਲੀਕਿਊਲ ਅਸੀਂ ਉਹਦਾ ਲਿਖਦੇ ਹਾਂ ਕੈਮੀਕਲ ਫਾਰਮੂਲਾ। ਠੀਕ ਹੈ ਨਾ, ਤੇ ਕਿਸੇ ਵੀ ਕੈਮੀਕਲ ਜਿਹੜੀ ਰਿਐਕਸ਼ਨ ਹੈਗੀ ਆ ਉਹਨੂੰ ਸ਼ਬਦਾਂ ਦੀ ਥਾਂ ਤੇ ਉਹਦੇ ਵਿੱਚ ਹਿੱਸਾ ਲੈਣ ਵਾਲੇ, ਉਹਦੇ ਵਿੱਚ ਪਾਰਟੀਸਪੇਟ ਕਰਨ ਵਾਲੇ ਐਲੀਮੈਂਟ ਜਾਂ ਕੰਪਾਊਂਡ ਨੂੰ ਉਹਨਾਂ ਦੇ ਸਿੰਬਲ ਦੇ ਫਾਰਮ ਦੇ ਵਿੱਚ ਜਾਂ ਕੈਮੀਕਲ ਫਾਰਮੂਲਾ ਦੇ ਫਾਰਮ 'ਚ ਲਿਖਣਾ ਹੁੰਦਾ। ਹੁਣ ਜਿਹਦਾ ਜਿੰਕ ਜਿਹੜਾ ਹੈਗਾ ਇਹਦਾ ਜਿਹੜਾ ਸਿੰਬਲ ਹੁੰਦਾ ZN, ਸਲਫਿਊਰਿਕ ਐਸਿਡ ਬੇਟਾ ਹੁੰਦਾ H2SO4। ਠੀਕ ਆ ਜੀ, ਜਿਹੜਾ जिंक सल्फेट ਹੁੰਦਾ ਇਹ ਹੁੰਦਾ ZnSO4 ਤੇ ਹਾਈਡਰੋਜਨ ਹੁੰਦੀ H2। ਠੀਕ ਆ ਜੀ, ਇਹ ਬੇਟਾ ਸਾਡੇ ਕੋਲ ਹੋ ਗਈ ਆ ਕੈਮੀਕਲ ਇਕੁਏਸ਼ਨ। ਹੁਣ ਅਸੀਂ ਇਸ ਕੈਮੀਕਲ ਇਕੁਏਸ਼ਨ ਨੂੰ ਅਸੀਂ ਬੈਲੈਂਸ ਕਰਨਾ। ਪਹਿਲਾਂ ਅਸੀਂ ਇਹ ਚੈੱਕ ਕਰਨਾ ਵੀ ਇਹ ਬੈਲੈਂਸ ਵਾ ਕਿ ਅਨਬੈਲੈਂਸਡ ਆ। ਹੁਣ ਦੇਖੋ ਬੇਟਾ ਇਧਰਲੇ ਪਾਸੇ ਇੱਕ जिंक ਵਾ, जिंक ਦਾ ਇੱਕ ਐਟਮ ਆ, ਹਾਈਡਰੋਜਨ ਦੇ 2 ਐਟਮ ਆ, सल्फर का 1 एटम आ, ऑक्सीजन के 4 एटम आ। तुहानूं स्क्रीन दिसदी बेटा सारिਆਂ ਨੂੰ? ध्यान क्लीयर? हाँ, मतलब जिंक का 1 एटम आ, हाइड्रोजन के 2 आ, सल्फर का 1 आ, ऑक्सीजन के 4, तो टोटल किन्ने हो गए ये 3 4 ते 4 8। मतलब खब्बे पासे एटम की गिनती कितनी है 8 वा। हुण असीं इधर आ जाओ, ਇਹਦੇ ਵਿੱਚ ਇੱਕ जिंक वा, एक सल्फर वा, 4 ऑक्सीजन आया ते 2 हैगियां हाइड्रोजन। ते टोटल करो 2 4 2 6 2 8। हुण आपां की देखदे हां इस कैमिकल रिएक्शन दे विच इक्वेशन दे विच जिहड़ा नंबर ऑफ एटम इन द रिएक्टेंट एज वेल एज प्रोडक्ट आर इक्वल। मतलब लैफ्ट साइड भी बराबर ते राइट हैंड साइड दे उत्ते भी की है बराबर। इसदा मतलब ये किहड़ी इक्वेशन हो गई? इट इज ए बैलेंस्ड कैमिकल इक्वेशन। हुण पता लग गया बैलेंस कैमिकल इक्वेशन की हुंदी है? ए कैमिकल इक्वेशन इन विच द नंबर ऑफ एटम्स आर इक्वल ऑन बोथ साइड ऑफ द कैमिकल इक्वेशन, दोनों पासे बराबर। ठीक है जी बेटा, जे कुछ नहीं समझ लगता ना तो पुत क्लीयर कर लेना, क्योंकि तुहाडा स्कूल शायद खुले ना खुले। ठीक है ना, पर जिहड़ा साडा सिलेबस हैगा आ 9th वांगू ना साडा सिलेबस रह जावे, सानू आया कुछ नहीं। ठीक है जी, ਜਿਹੜੇ ਹਾਂ ਜਿਹੜੇ ਆਪਾਂ 2 ਲੈਸਨ ਆਪਾਂ ਜਿਹੜੇ 2 ਲੈਸਨ ਕੀਤੇ ਆ ਨਾ, ਆਪਾਂ 2 ਲੈਸਨ ਦੁਬਾਰਾ ਪੜਾਂਗੇ ਜਦੋਂ ਸਾਡਾ ਅਪ੍ਰੈਲ ਮਈ ਦਾ ਸਿਲੇਬਸ ਖਤਮ ਹੋ ਗਿਆ। ਆਪਾਂ ਬੜੀ ਇਸ ਮਹੀਨੇ ਦੇ ਵਿੱਚ 10 ਆ ਮਹੀਨਾ ਲਾ ਕੇ ਨਾ ਆਪਾਂ ਸਿਲੇਬਸ ਖਤਮ ਕਰ ਦੇਣਾ ਤੁਹਾਡਾ, ਤੇ ਜੂਨ ਵਿੱਚ ਅਸੀਂ ਰਿਵੀਜ਼ਨ ਕਰਾਂਗੇ ਸਾਰੇ ਸਿਲੇਬਸ ਦੀ ਜੋ ਅਸੀਂ ਨਹੀਂ ਵੀ ਪੜਿਆ। ਠੀਕ ਆ ਜੀ, ਹੁਣ ਬੇਟਾ ਅੱਗੇ ਆ, ਅੱਗੇ ਆਪਾਂ ਕੀ ਕਰਨਾ,
ਹੁਣ ਅਗਲੀ ਆਪਾਂ ਇੱਕ ਕੈਮੀਕਲ ਇਕੁਏਸ਼ਨ ਦੀ ਹੋਰ ਗੱਲ ਕਰਦੇ ਹਾਂ, ਉਹ ਕੀ ਹੈਗਾ, ਆਇਰਨ ਦੇ ਨਾਲ ਜਿਹੜਾ ਹੈਗਾ ਵਾਟਰ ਰਿਐਕਟ ਕਰਦਾ, ਠੀਕ ਆ, ਤੇ ਬਣ ਗਿਆ ਸਾਡੇ ਕੋਲ ਆਇਰਨ 3 ਆਕਸਾਈਡ ਪਲੱਸ ਹਾਈਡਰੋਜਨ। ਹੁਣ ਇਹ 'ਚ ਧਿਆਨ ਦਿਓ ਤੁਸੀਂ, ਆਪਾਂ ਕੀ ਦੇਖਦੇ ਆ ਵੀ ਇੱਕ ਆਇਰਨ ਵਾ, ਇੱਕ 3 ਤੇ 4, ਖੱਬੇ ਪਾਸੇ 4 ਐਟਮ ਆ ਤੇ ਸੱਜੇ ਪਾਸੇ ਕਿੰਨੇ ਆ, 3 4 3 7 ਤੇ 2 9, ਠੀਕ ਹੈ ਨਾ। ਆਪਾਂ ਦੁਬਾਰਾ ਏਦਾਂ ਲਿਖਣ ਦੀ ਲੋੜ ਨਹੀਂ, ਆਪਾਂ ਸਮਝਣੀ ਹੈਗੀ, ਕਿਉਂਕਿ ਇੱਥੇ ਪਤਾ ਲੱਗਿਆ ਵੀ ਇੱਥੇ ਕੀ ਕਰਨਾ। ਆ ਇੱਕ ਐਟਮ ਆ ਆਇਰਨ ਦਾ, ਇਹ ਆਇਰਨ ਦਾ ਸਿੰਬਲ ਹੈ ਬੇਟਾ, Fe ਹੁੰਦਾ ਆਇਰਨ। 1 2 1 3 ਤੇ 1 4, ਖੱਬੇ ਪਾਸੇ ਸਾਡੇ ਕੋਲ 4 ਵਾ ਤੇ ਸੱਜੇ ਪਾਸੇ ਕਿੰਨੇ ਕੋਲ 3 4 3 7 ਤੇ 2 9। ਇਹ ਸਾਡੇ ਕੋਲ ਕਿਹੜੀ ਇਕੁਏਸ਼ਨ, ਇਟ ਇਜ਼ ਅਨਬੈਲੈਂਸਡ ਕੈਮੀਕਲ ਇਕੁਏਸ਼ਨ, ਠੀਕ ਹੈ ਜੀ। ਅਨਬੈਲੈਂਸ ਕੈਮੀਕਲ ਇਕੁਏਸ਼ਨ ਕਿਹੜੀ ਹੋ ਗਈ ਵੀ, ਇਹ ਇਕੁਏਸ਼ਨ ਕੈਮੀਕਲ, ਹਾਂਜੀ ਹਾਂਜੀ, ਅੱਛਾ ਬੇਟਾ ਮਿਊਟ ਕਰਦਿਆ ਕਰੋ, ਉਹਦੇ ਨਾਲ ਕੀ ਹੁੰਦਾ ਤੁਹਾਡੇ ਵੱਲੋਂ ਆਵਾਜ਼ ਰਿਫਲੈਕਟ ਹੁੰਦੀ, ਫਿਰ ਥੋੜਾ ਜਿਹਾ ਨਾ ਤੁਹਾਡੇ ਦੂਜੇ ਦੀ, ਠੀਕ ਹੈ। ਜਦੋਂ ਲੋੜ ਹੋਈ ਤਾਂ ਫਿਰ ਅਨਮਿਊਟ ਕਰਕੇ ਫਿਰ ਤੁਸੀਂ ਗੱਲ ਕਰ ਲੈਣੀ ਹੈ। ਇੰਨਾ ਸਮਝ ਲੱਗ ਗਿਆ ਨਾ ਤੁਹਾਨੂੰ? ਹਾਂ ਬੇਟਾ, ਹੁਣ ਅਸੀਂ ਜਿਹੜੀ ਹੈ ਜਿਹੜਾ ਮੇਨ ਟੌਪਿਕ ਵਾ, ਜਿਹੜਾ ਇਸ ਚੈਪਟਰ ਦਾ ਜਿਹੜਾ ਇੱਕ ਟੌਪਿਕ ਮੇਨ ਵਾ, ਦੈਟ ਇਜ਼ ਹਾਊ ਟੂ ਬੈਲੈਂਸ ਏ ਕੈਮੀਕਲ ਇਕੁਏਸ਼ਨ। ਇਹ ਹੁਣ ਕੈਮੀਕਲ ਇਕੁਏਸ਼ਨ ਅਨਬੈਲੈਂਸ ਵਾ, ਅਸੀਂ ਇਹਨੂੰ ਬੈਲੈਂਸ ਕਰਨਾ। ਕਿਉਂ ਬੈਲੈਂਸ ਕਰਨਾ? ਕਿਉਂਕਿ ਅਕੋਰਡਿੰਗ ਟੂ ਲਾ ਆਫ ਮਾਸ ਕੰਜ਼ਰਵੇਸ਼ਨ ਮੈਟਰ ਕੈਨ ਨੀਦਰ ਬੀ ਕ੍ਰੀਏਟਡ ਨੋਰ ਡਿਸਟਰੋਇਡ। ਮਤਲਬ ਖੱਬੇ ਪਾਸੇ ਤੇ ਸੱਜੇ ਪਾਸੇ ਜਿਹੜੇ ਐਟਮਾਂ ਦੀ ਗਿਣਤੀ ਆ ਉਹ ਬਰਾਬਰ ਹੋਣੀ ਚਾਹੀਦੀ ਆ, ਠੀਕ ਹੈ। ਅਗਰ ਬਰਾਬਰ ਨਹੀਂ ਹੋਊਗੀ ਤਾਂ ਫਿਰ ਸਾਡਾ ਗੜਬੜ ਹੋਣੀ ਆ। ਤੁਹਾਨੂੰ 3 ਨੰਬਰ ਵਾਲੇ ਪੇਪਰ 'ਚ ਕੁਐਸਚਨ ਇਹੀ ਆਣਾ ਵੀ ਇਹਨੂੰ ਬੈਲੈਂਸ ਕਰੋ। ਤੇ ਬੈਲੈਂਸ ਕਰਨ ਦੇ ਲਈ ਆਪਾਂ ਸਟੈਪ ਫੋਲੋ ਕਰਨੇ ਬੇਟਾ। ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਧਿਆਨ ਦੇਣਾ ਹੁਣ ਤੁਸੀਂ। ਪਹਿਲਾਂ ਅਸੀਂ ਕੀ ਕਰਨਾ ਕਿ ਜਿੰਨੇ ਵੀ ਹੈਗੇ ਇਹਨਾਂ ਦੁਆਰੇ ਅਸੀਂ ਬਾਕਸ ਡਰਾ ਕਰ ਲੈਣੇ, ਕਰਨੇ ਵੀ ਹੈਗੇ ਸਮਝ ਲੈਣਾ, ਠੀਕ ਹੈ ਨਾ, ਗਾਹਾਂ ਨਹੀਂ ਕਰਨਾ ਇਦਾਂ। ਡਰਾ ਬਾਕਸਸ ਅਰਾਊਂਡ ਦਾ ਈਚ, ਚਾਹੇ ਉਹ ਕੰਪਾਊਂਡ ਵਾ ਚਾਹੇ ਉਹ ਐਲੀਮੈਂਟ ਆ, ਅਸੀਂ ਬਾਕਸ ਡਰਾ ਕਰ ਲਏ, ਠੀਕ ਆ ਜੀ। ਹੁਣ ਅਸੀਂ ਕੀ ਕਰਨਾ, ਫਿਰ ਲਿਸਟ ਦਾ ਨੰਬਰ ਆਫ ਐਟਮ, ਹਰੇਕ ਦੇ ਵਿੱਚ ਨੰਬਰ ਆਫ ਐਟਮ ਦੀ ਗਿਣਤੀ ਪਤਾ ਕਰਨੀ ਆ। ਲਿਖਣ ਦੀ ਲੋੜ ਨਹੀਂ ਹੈਗੀ ਇੱਥੇ। ਪਹਿਲਾਂ ਦੇਖੋ ਇਹਦੇ ਵਿੱਚ 1 ਵਾ, ਠੀਕ ਆ ਜੀ। ਇਹਦੇ ਵਿੱਚ ਦੇਖੋ ਕਿੰਨੇ ਆ, ਇਹਦੇ ਵਿੱਚ ਹਾਈਡਰੋਜਨ ਦੇ 2 ਆ। ਕੱਲੇ ਜਿਹੜਾ ਵੀ ਇਹ ਦਿੱਤਾ ਹੈਗਾ ਨਾ ਇੱਥੇ, ਉਹਦੇ ਵਿੱਚ ਅਸੀਂ ਕੱਲੇ ਕੱਲੇ ਐਟਮ ਦੀ ਗਿਣਤੀ ਫਾਈਂਡ ਕਰਨੀ ਕਿੰਨੀ ਆ। ਆ ਕੱਲਾ ਹੀ ਆਫ ਹੀ ਆ, ਇਹਦੇ 1 ਐਟਮ ਆ। ਇਹਦੇ ਵਿੱਚ ਵਾਟਰ ਦੇ ਵਿੱਚ ਹਾਈਡਰੋਜਨ ਦੇ 2 ਆ, ਆਕਸੀਜਨ ਦਾ 1 ਆ, ਠੀਕ ਆ ਜੀ। ਆਇਰਨ 3 ਆਕਸਾਈਡ ਦੇ ਵਿੱਚ ਆਇਰਨ ਦੇ 3 ਐਟਮ ਆ, ਆਕਸੀਜਨ ਦੇ 4 ਵਾ, ਠੀਕ ਆ ਜੀ। ਹਾਈਡਰੋਜਨ ਦੇ ਵਿੱਚ ਕਿੰਨੇ ਆ, 2 ਆ। ਕਲੀਅਰ ਦਿਸ ਰਿਹਾ ਤੁਹਾਨੂੰ? ਹੁਣ ਬੇਟਾ ਅਸੀਂ ਕੀ ਕਰਨਾ, ਪਹਿਲਾ ਕੰਮ ਕੀ ਕਰਨਾ, ਅਸੀਂ ਪਹਿਲਾ ਕੰਮ ਇਹ ਕਰਨਾ ਤੇ ਜਿਹੜਾ ਖੱਬੇ ਪਾਸੇ ਜਾਂ ਸੱਜੇ ਪਾਸੇ ਜਿੰਨੇ ਵੀ ਸਾਡੇ ਕੋਲ ਜਿਹੜੇ ਰੈਕਟੈਂਟ ਆ ਜਾਂ ਪ੍ਰੋਡਕਟ ਹੈਗੇ ਆ, ਉਹਨਾਂ ਦੇ ਵਿੱਚ ਐਟਮ ਦੀ ਗਿਣਤੀ ਫਾਈਂਡ ਕਰਨੀ ਕਿੰਨੀ ਕਿੰਨੀ ਆ, ਠੀਕ ਆ ਨਾ। ਅਸੀਂ ਆਇਰਨ ਦਾ 1 ਹੋ ਗਿਆ, ਇਹਦੇ ਵਿੱਚ ਆਪਾਂ ਲਿਖ ਲੈਂਦੇ ਆ Fe ਸਾਡੇ ਕੋਲ 1 ਵਾ, ਠੀਕ ਆ ਨਾ। 1 ਕਿੱਧਰ ਵਾ, ਖੱਬੇ ਪਾਸੇ 1 ਵਾ, ਠੀਕ ਹੈ ਨਾ। ਸੱਜੇ ਪਾਸੇ ਕਿੰਨੇ ਆ, ਉਹ 3 ਵਾ। ਲੋ ਰੈਕਟੈਂਟ ਵਿੱਚ ਉਹ 1 ਵਾ, ਪ੍ਰੋਡਕਟ ਵਿੱਚ ਉਹਦੀ ਗਿਣਤੀ 3 ਵਾ, ਠੀਕ ਹੈ ਨਾ। ਹਾਈਡਰੋਜਨ ਜਿਹੜੀ ਆ, ਹਾਈਡਰੋਜਨ ਉਹਦੀ ਰੈਕਟੈਂਟ ਦੇ ਵਿੱਚ ਗਿਣਤੀ ਕਿੰਨੀ ਆ, 2 ਆ, ਠੀਕ ਹੈ ਨਾ। ਤੇ ਪ੍ਰੋਡਕਟ ਵਿੱਚ ਕਿੰਨੀ ਗਿਣਤੀ ਉਹਦੀ, 2 ਆ। ਇਹ ਟੋਟਲ 4 ਹੋ ਗਏ, ਇਹ ਵੀ ਟੋਟਲ 4 ਹੋ ਗਏ, ਠੀਕ ਹੈ। ਆਕਸੀਜਨ ਦੀ ਗਿਣਤੀ ਜਿਹੜੀ ਆਕਸੀਜਨ ਵਾ, ਉਹਦੀ ਰੈਕਟੈਂਟ ਦੇ ਵਿੱਚ ਗਿਣਤੀ 1 ਵਾ, ਪ੍ਰੋਡਕਟ ਵਿੱਚ ਗਿਣਤੀ ਕਿੰਨੀ ਉਹਦੀ, 4 ਵਾ। ਟੋਟਲ ਕਿੰਨੇ ਹੋ ਗਏ, 5 ਹੋ ਗਏ। ਆ ਪਤਾ ਲੱਗਿਆ ਕੀ ਕਰਨਾ ਅਸੀਂ, ਜਿੰਨੇ ਵੀ ਰੈਕਟੈਂਟ ਜਾਂ ਪ੍ਰੋਡਕਟ ਹੈਗੇ ਆ ਉਹਨਾਂ ਦੇ ਵਿੱਚੋਂ ਇਕੱਲੇ ਇਕੱਲੇ ਦੇ ਵਿੱਚੋਂ ਐਟਮ ਦੀ ਗਿਣਤੀ ਫਾਈਂਡ ਕਰਨੀ ਵੀ ਕਿੰਨੀ ਕਿੰਨੀ ਹੈਗੀ ਆ, ਠੀਕ ਆ ਜੀ। ਫਿਰ ਅਸੀਂ ਕੀ ਕਰਨਾ, ਨੈਕਸਟ ਬੇਟਾ ਜਿਹੜਾ ਕੰਮ ਕਰਨਾ, ਅਸੀਂ ਇਹ ਦੇਖਣਾ ਵੀ ਇਹਨਾਂ ਖੱਬੇ ਪਾਸੇ ਜਾਂ ਸੱਜੇ ਪਾਸੇ ਦੇ ਵਿੱਚ ਇਹਦੇ ਵਿੱਚ 1 ਵਾ, ਇਹਦੇ ਵਿੱਚ 3 ਐਟਮ ਆ, ਇਹਦੇ ਵਿੱਚ 4 3 7 ਐਟਮ ਆ, ਇਹਦੇ ਵਿੱਚ 2 ਐਟਮ ਆ,
फिर ਅਸੀਂ ਕੀ ਕਰਨਾ ਵੀ ਖੱਬੇ ਪਾਸੇ ਜਾਂ ਸੱਜੇ ਪਾਸੇ ਜਿਹੜਾ ਵੀ ਰੈਕਟੈਂਟ ਵਾ ਜਾਂ ਪ੍ਰੋਡਕਟ ਹੈਗਾ ਇਹਦੇ ਵਿੱਚ ਅਸੀਂ ਉਸ ਰੈਕਟੈਂਟ ਦੀ ਜਾਂ ਪ੍ਰੋਡਕਟ ਵਿੱਚੋਂ ਉਸ ਕੰਪਾਊਂਡ ਦੀ ਜਿਹੜੀ ਚੋਣ ਕਰਨੀ ਆ ਵੀ ਹੈਵ ਟੂ ਚੂਜ਼ ਦੈਟ ਕੰਪਾਊਂਡ in the rectangle or the product in which the number of atom is maximum। ਕੀ ਕਰਨਾ ਅਸੀਂ ਵੀ ਰੈਕਟੈਂਟ ਜਾਂ ਪ੍ਰੋਡਕਟ ਦੇ ਵਿੱਚੋਂ ਜਿਹੜਾ ਵੀ ਕੰਪਾਊਂਡ ਹੈਗਾ ਜਿਹਦੇ ਵਿੱਚ ਗਿਣਤੀ ਸਭ ਤੋਂ ਜ਼ਿਆਦਾ ਆ ਅਸੀਂ ਉਹਨੂੰ ਟਿਕ ਕਰ ਲੈਣਾ ਪਹਿਲਾਂ। ਠੀਕ ਹੈ ਨਾ, ਜਦੋਂ ਆਪਾਂ ਕਹਾਂ ਕਰਨਾ ਇਦਾਂ ਨਹੀਂ ਸਿਰਫ ਸਮਝ ਲੈਣਾ ਅਸੀਂ ਕੀ ਕਰਨਾ ਆ। ਪਹਿਲਾਂ ਐਕਚੁਅਲੀ ਫਿਰ ਕੱਲੇ ਕੱਲੇ ਐਟਮ ਦੀ ਗਿਣਤੀ ਫਾਈਂਡ ਕਰ ਲੈਣੀ ਆ, ਫਿਰ ਜਿਹੜਾ ਵੀ ਰੈਕਟੈਂਟ ਪ੍ਰੋਡਕਟ ਵਿੱਚ ਜਿਹਦੇ ਵਿੱਚ ਗਿਣਤੀ ਜ਼ਿਆਦਾ ਹੋਣੀ ਉਹਨੂੰ ਅਸੀਂ ਚੂਜ਼ ਕਰ ਲੈਣਾ। ਹੁਣ ਸਾਡੇ ਕੋਲ ਕੀ ਹੋ ਗਿਆ, ਇਹਦੇ ਵਿੱਚ 1 ਵਾ, ਇਹਦੇ ਵਿੱਚ 3 ਵਾ, ਇਹਦੇ ਵਿੱਚ 7 ਵਾ, ਇਹਦੇ ਵਿੱਚ 2 ਵਾ। ਸਭ ਤੋਂ ਜ਼ਿਆਦਾ ਗਿਣਤੀ ਕਿਹਦੇ ਵਿੱਚ ਆ, ਇਹਦੇ ਵਿੱਚ ਆ। ਕਿੰਨਾ ਕਲੀਅਰ ਹੋਇਆ? ਮਤਲਬ ਖੱਬੇ ਪਾਸੇ ਜਾਂ ਸੱਜੇ ਪਾਸੇ ਕਿਸੇ ਨੂੰ ਵੀ ਜ਼ਰੂਰ ਨਹੀਂ ਖੱਬੇ ਲੈਣਾ ਸੱਜੇ, ਆਪਾਂ ਇਹਦਾ ਕੋਈ ਮਤਲਬ ਨਹੀਂ ਹੈਗਾ। ਖੱਬੇ ਪਾਸੇ ਸੱਜੇ ਪਾਸੇ ਕੋਈ ਵੀ ਜਿਹੜਾ ਕੰਪਾਊਂਡ ਹੋਣਾ ਉਹ ਦੇਖਣੀ ਵਿੱਚ ਗਿਣਤੀ ਕਿਹਦੀ ਜ਼ਿਆਦਾ ਹੈ, ਕਿਹਦੇ ਵਿੱਚ ਗਿਣਤੀ ਜ਼ਿਆਦਾ ਹੈ, ਸਾਡੇ ਕੋਲ ਇਹਦੇ ਵਿੱਚ ਗਿਣਤੀ ਜ਼ਿਆਦਾ, ਉਹਨੂੰ ਆਪਾਂ ਚੋਣ ਕਰ ਲੈਣੀ ਆ। ਫਿਰ ਬੇਟਾ ਅਸੀਂ ਕੀ ਕਰਨਾ, ਅਸੀਂ ਫਿਰ ਨੈਕਸਟ ਆਪਾਂ ਕੀ ਕਰਨਾ, ਫਿਰ ਜਿਹੜਾ ਆਪਾਂ ਹੁਣ ਮੰਨ ਲਓ ਅਸੀਂ ਇਹਨੂੰ ਚੁਣ ਲਿਆ, ਇਹਦੇ ਵਿੱਚ ਗਿਣਤੀ ਸਭ ਤੋਂ ਜ਼ਿਆਦਾ ਹੈ, ਫਿਰ ਇਹਦੇ ਵਿਦਨ ਦਿਸ ਕੰਪਾਊਂਡ we have to choose that atom which has the maximum number of atom। ਹੁਣ ਇਹਦੇ ਵਿੱਚ ਆਇਰਨ ਦੇ 3 ਵਾ, ਆਕਸੀਜਨ ਦੇ ਪੁੱਤ 4 ਵਾ। ਠੀਕ ਹੈ ਨਾ, ਪਹਿਲਾਂ ਤਾਂ ਇਹ ਦੇਖਣਾ ਵੀ ਸਭ ਤੋਂ ਜ਼ਿਆਦਾ ਪਰਮਾਣੂ ਕਿਹਦੇ ਵਿੱਚ, ਐਟਮ ਕਿਹਦੇ ਵਿੱਚ, ਸਭ ਤੋਂ ਜ਼ਿਆਦਾ ਐਟਮ ਇਹਦੇ ਵਿੱਚ ਆ 7 ਵਾ। ਫਿਰ ਦੇਖਣਾ ਵੀ ਇਸ ਜਿਹੜਾ ਕੰਪਾਊਂਡ ਹੈਗਾ ਇਹਦੇ ਅੰਦਰ ਜਿਹੜੇ ਐਟਮ ਇਨਵੋਲਵ ਆ ਉਹਨਾਂ ਦੇ ਵਿੱਚ ਗਿਣਤੀ ਕਿਹਦੀ ਜ਼ਿਆਦਾ ਆ। ਆਪਾਂ ਕੀ ਦੇਖਦੇ ਆ, ਇਹਦੇ ਵਿੱਚ ਗਿਣਤੀ ਆਇਰਨ ਦੀ 3 ਵਾ, ਆਕਸੀਜਨ ਦੀ ਗਿਣਤੀ ਕਿੰਨੀ ਆ 4 ਵਾ। ਫਿਰ ਅਸੀਂ ਕੀ ਕਰਨਾ, ਫਿਰ ਅਸੀਂ ਜਿਹੜਾ ਐਟਮ ਹੈਗਾ ਆਕਸੀਜਨ ਦੇ 4 ਆ ਨਾ, ਇਹ ਹੁਣ ਦੇਖਣਾ ਸੀ ਧਿਆਨ ਦੇ ਨਾਲ ਵੀ ਇੱਧਰ 4 ਵਾ, ਇੱਧਰ ਕਿੰਨੇ ਆ ਆਕਸੀਜਨ 1 ਵਾ। ਠੀਕ ਹੈ ਨਾ, ਫਿਰ ਪਤਾ ਅਸੀਂ ਇਹਨੂੰ ਬੈਲੈਂਸ ਕਰਨ ਦੇ ਲਈ ਆਪਾਂ ਕੀ ਕਰਨਾ, ਅਸੀਂ ਖੱਬੇ ਇੱਧਰ ਜਾਂ ਇੱਧਰ ਅਸੀਂ ਮਲਟੀਪਲਾਈ ਕਰਨਾ ਇੱਕ ਫੈਕਟਰ ਦੇ ਨਾਲ। ਉਹ ਫੈਕਟਰ ਆਪਾਂ ਕਿਹੜਾ ਲੈਣਾ, ਅਸੀਂ ਸਭ ਤੋਂ ਪਹਿਲਾਂ 2 ਨਾਲ, ਠੀਕ ਹੈ ਨਾ, ਫਿਰ ਆਪਾਂ 3 ਨਾਲ ਕਰਨਾ, ਫਿਰ ਆਪਾਂ 5 ਨਾਲ ਕਰਨਾ, 4 6 ਵਗੈਰਾ ਅਸੀਂ ਕੋਸ਼ਿਸ਼ ਕਰਨੀ ਆ ਬਾਅਦ ਵਿੱਚ ਲੈਣ ਦੀ ਜੇ ਸਾਡਾ ਕੰਮ ਨਾ ਬਣੇ ਤਾਂ। ਠੀਕ ਹੈ ਨਾ, ਪਹਿਲਾਂ ਕਿੰਨਾ ਕਰਨੀ ਅਸੀਂ, ਦੇਖੋ ਅਸੀਂ ਇਹਨੂੰ 2 ਨਾਲ ਕਰਦੇ ਆ, ਆ ਦੇਖੋ ਧਿਆਨ ਦੇ ਨਾਲ, ਅਗਰ ਅਸੀਂ ਇੱਧਰ 4 ਆ ਨਾ ਇੱਧਰ, ਠੀਕ ਆ ਜੀ, ਅਗਰ ਅਸੀਂ ਇਹਨੂੰ 4 ਤਾਂ ਹੋਗੇ, ਇੱਧਰ ਆਪਾਂ 4 ਕਿੱਦਾਂ ਲਿਆਵਾਂਗੇ, ਆਪਾਂ 2 ਨਾਲ ਮਲਟੀਪਲਾਈ ਕਰਦੇ ਆ, 2 ਇੱਥੇ 2 ਆਕਸੀਜਨ ਹੋਣੇ, ਪਹਿਲਾਂ ਇਕੱਲੀ ਆਕਸੀਜਨ ਬੈਲੈਂਸ ਕਰਨੀ ਅਸੀਂ, ਬਾਕੀ ਸਾਰਾ ਕੁਝ ਛੱਡ ਦੇਣਾ। ਆਪਾਂ ਦੁਬਾਰਾ ਲਿਖਦੇ ਇਹਨੂੰ, ਠੀਕ ਆ ਜੀ। ਆਪਾਂ ਪਹਿਲਾ ਕੰਮ ਕੀ ਕਰਨਾ, ਪਹਿਲਾਂ ਅਸੀਂ ਖੱਬੇ ਪਾਸੇ ਸੱਜੇ ਪਾਸੇ ਗਿਣਤੀ ਕਰਨੀ ਆ। ਠੀਕ ਹੈ ਨਾ, ਗਿਣਤੀ ਕਰਨ ਤੋਂ ਬਾਅਦ ਅਸੀਂ ਉਸ ਕੰਪਾਊਂਡ ਦੀ ਚੋਣ ਕਰਨੀ ਹੈ ਜਿਹਦੇ ਵਿੱਚ ਨੰਬਰ ਆਫ ਐਟਮ ਸਭ ਤੋਂ ਜ਼ਿਆਦਾ ਹੋਣਗੇ। ਇੰਨੀ ਗੱਲ ਪਤਾ ਲੱਗ ਗਈ। ਹਾਂ, ਫਿਰ ਬੇਟਾ ਜਿਹੜਾ ਜਿਹਦੇ ਵਿੱਚ ਸਭ ਤੋਂ ਗਿਣਤੀ ਜ਼ਿਆਦਾ ਆ ਉਹਦੇ ਵਿੱਚ ਗਿਣਤੀ ਸਭ ਤੋਂ ਕਿਹਦੀ ਜ਼ਿਆਦਾ ਉਹਨੂੰ ਆਪਾਂ ਪਿਕ ਕਰ ਲੈਣਾ। ਹੁਣ ਇਹਦੇ ਵਿੱਚ Fe3O4 ਦੇ ਵਿੱਚੋਂ ਜਿਹੜਾ ਆਕਸੀਜਨ ਵਾ ਇਹਦੀ ਜਿਹੜੀ ਗਿਣਤੀ ਸਭ ਤੋਂ ਜ਼ਿਆਦਾ, ਅਸੀਂ ਇਹਨੂੰ ਪਿਕ ਕਰ ਲਿਆ, ਆਕਸੀਜਨ ਨੂੰ ਪਿਕ ਕਰ ਲਿਆ, ਮਤਲਬ ਪਿਕ ਕਰ ਲਿਆ। ਪਿਕ ਕਿਉਂ ਕਰਨਾ, ਅਸੀਂ ਇਹਨੂੰ ਪਹਿਲਾਂ ਬੈਲੈਂਸ ਕਰਨਾ, ਇਹਦੀ ਗਿਣਤੀ ਬਰਾਬਰ ਕਰਨੀ ਖੱਬੇ ਤੇ ਸੱਜੇ। ਉਹਦੇ ਲਈ ਕੀ ਕਰਨਾ ਪੈਣਾ, ਸਾਨੂੰ ਇੱਧਰ ਤਾਂ ਗਿਣਤੀ 4 ਵਾ, ਇੱਧਰਲੇ ਪਾਸੇ ਸਾਨੂੰ ਕੀ ਕਰਨਾ ਪੈਣਾ, ਸਾਨੂੰ ਮਲਟੀਪਲਾਈ ਕਰਨਾ ਪੈਣਾ ਇੱਕ ਫੈਕਟਰ ਦੇ ਨਾਲ। ਉਹ ਫੈਕਟਰ ਅਸੀਂ ਇਦਾਂ ਚੂਜ਼ ਕਰਨਾ ਤੇ ਜਦੋਂ ਅਸੀਂ ਇਹਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਇਹਦੇ ਬਰਾਬਰ ਹੋ ਜਾਵੇ। ਠੀਕ ਹੈ ਨਾ, ਹੁਣ ਅਸੀਂ ਅਗਰ ਇਹਨੂੰ 2 ਨਾਲ ਮਲਟੀਪਲਾਈ ਕਰ ਰਹੇ, 2 ਨਾਲ ਕਰ ਦੋ, ਮਤਲਬ ਸਾਸੀ ਪੈਨਸਲ ਤੇ ਰੇਜ਼ਰ ਦੀ ਮੈਨੂੰ ਪਤਾ, ਫਿਰ ਅਸੀਂ ਇਹਨੂੰ 2 ਨਾਲ ਮਲਟੀਪਲਾਈ ਕਰਾਂਗੇ, ਸਾਡੇ ਕੀ ਹੋਣਾ, ਆਕਸੀਜਨ 2 ਹੋ ਜਾਣੇ ਖੱਬੇ ਪਾਸੇ, ਪਰ ਸੱਜੇ ਪਾਸੇ 4 ਵਾ। ਠੀਕ ਹੈ ਨਾ, ਅਸੀਂ 3 ਨਾਲ ਮਲਟੀਪਲਾਈ ਕਰਦੇ ਪੁੱਤ ਇਹਨੂੰ। ਠੀਕ ਹੈ ਨਾ, 3 ਨਾਲ ਮਲਟੀਪਲਾਈ ਕਰਨ ਦੇ ਨਾਲ ਆਕਸੀਜਨ 3 ਹੋਣੀਆਂ, ਪਰ ਸੱਜੇ ਪਾਸੇ ਕਿੰਨੀਆਂ ਆ, ਉਹ 4 ਵਾ। ਠੀਕ ਆ ਜੀ, ਹੁਣ ਅਸੀਂ ਜਿਹੜਾ ਹੈਗਾ ਦੇਖੋ ਆਪਾਂ ਇਹਨੂੰ ਪਹਿਲਾਂ 2 ਨਾਲ ਮਲਟੀਪਲਾਈ ਕਰ ਦਈਏ, ਕਿਉਂਕਿ ਆਪਾਂ ਸ਼ੁਰੂਆਤ 2 ਤੋਂ ਕਰਨੀ ਆ। ਆਪਾਂ 2 ਨਾਲ ਮਲਟੀਪਲਾਈ ਕਰਦੇ ਤਾਂ 2 ਆਕਸੀਜਨ ਹੋ ਗਈਆਂ, ਇੱਧਰ ਸਾਡੇ ਕੋਲ 4 ਵਾ। ਠੀਕ ਆ,
फिर असी ਆਪਾਂ 3 ਨਾਲ ਮਲਟੀਪਲਾਈ ਕਰਾਂਗੇ ਤੇ ਆਕਸੀਜਨਾਂ 3 ਹੋਈਆਂ ਬੇਟਾ ਬਾਕੀ ਸਾਰਾ ਕੁਝ ਛੱਡ ਦੇਣਾ ਕਿਸੇ ਨੂੰ ਧਿਆਨ ਨਹੀਂ ਦੇਣਾ ਪਹਿਲਾਂ ਅਸੀਂ ਇੱਕ ਨੂੰ ਜਿਹੜਾ ਸਭ ਤੋਂ ਜ਼ਿਆਦਾ ਗਿਣਤੀ ਉਹਦੀ ਗਿਣਤੀ ਬਰਾਬਰ ਕਰਨੀ ਖੱਬੇ ਸੱਜੇ ਆਪਾਂ 3 ਨਾਲ ਮਲਟੀਪਲਾਈ ਕਰ ਰਹੇ ਆ ਇੱਧਰ 3 ਹੋ ਗਏ ਇੱਧਰ 4 ਆ ਫਿਰ ਆਪਾਂ ਹੁਣ ਕਿੱਥੇ ਜ਼ੂਮ ਕਰਨਾ ਸਾਨੂੰ 4 ਦੀ ਲੋੜ ਪੈ ਗਈ ਹੁਣ ਅਸੀਂ ਕੀਤਾ ਆਪਾਂ ਇਹਨੂੰ 4 ਨਾਲ ਮਲਟੀਪਲਾਈ ਕਰਤਾ ਹੁਣ 4 ਨਾਲ ਮਲਟੀਪਲਾਈ ਹੋਣਾ ਕੀ ਹੋਇਆ ਬੇਟਾ ਆਕਸੀਜਨਾਂ ਸਾਡੇ ਕੋਲ ਇੱਧਰ ਵੀ 4 ਆ ਗਈਆਂ ਇੱਧਰ ਵੀ 4 ਆ ਗਈਆਂ ਪਰ ਹੁਣ ਹੋਇਆ ਕਿ ਇੱਧਰ ਹਾਈਡਰੋਜਨ ਕਿੰਨੇ ਹੋ ਗਏ 4 ਦੁਣੀ ਬੋਲੋ ਸ਼ਾਬਾਸ਼ ਹਾਂ ਪਰ ਸਾਡੇ ਕੋਲ ਕੀ ਹੋਇਆ ਹੁਣ ਸਾਡੇ ਕੋਲ ਕੀ ਹੋ ਗਿਆ ਇੱਧਰ 4 ਲਗਾਉਣ ਦੇ ਨਾਲ ਆਕਸੀਜਨ ਬੈਲੈਂਸ ਹੋ ਗਈ ਪਰ ਸਾਡੀ ਹਾਈਡਰੋਜਨ ਅਨਬੈਲੈਂਸ ਹੋ ਗਈ ਹੁਣ ਹਾਈਡਰੋਜਨ 4 ਦੁਣੀ 8 ਹੋ ਗਈਆਂ ਹੁਣ ਇੱਧਰ ਹਾਈਡਰੋਜਨ 8 ਵਾ ਇੱਧਰ ਹਾਈਡਰੋਜਨ ਕਿੰਨੇ ਸਾਡੇ ਕੋਲ ਇੱਧਰ 2 ਆ ਤਾਂ ਫਿਰ ਇੱਧਰ ਆਪਾਂ 8 ਕਿੱਦਾਂ ਕਰਨਾ ਫਿਰ 8 ਕਰ ਲਿਆ ਆਪਾਂ ਕੀ ਕਰਨਾ ਪੈਣਾ ਸਾਨੂੰ ਇਹਨੂੰ 4 ਦੇ ਨਾਲ ਮਲਟੀਪਲਾਈ ਕਰਨਾ ਪੈਣਾ ਠੀਕ ਆ ਜੀ ਹੁਣ ਬੇਟਾ ਕੀ ਹੋਇਆ ਸਾਡੀਆਂ ਆਕਸੀਜਨ ਤੇ ਹਾਈਡਰੋਜਨਾਂ ਸਾਰੇ ਦੋਨੇ ਪਾਸੇ ਬਰਾਬਰ ਹੋ ਗਈਆਂ ਪਰ ਹੁਣ ਪੰਗਾ ਕੀ ਰਹਿ ਗਿਆ ਹੁਣ ਆਇਰਨ ਇੱਧਰ 3 ਵਾ ਇੱਧਰ 1 ਵਾ ਫਿਰ ਆਪਾਂ ਕੀ ਕਰਨਾ ਇੱਧਰਲੇ ਪਾਸੇ ਕੀ ਕਰਨਾ ਇਹਨੂੰ 3 ਦੇ ਨਾਲ ਮਲਟੀਪਲਾਈ ਕਰ ਦੇਣਾ ਉਹ ਤੇ ਪਤਾ ਲੱਗਿਆ ਤੁਹਾਨੂੰ ਕੀ ਹੋਇਆ ਬੇਟਾ ਇਹ ਬੜਾ ਈਜ਼ੀ ਸਟੈਪ ਵਾ ਈਜ਼ੀ ਮੈਥਡ ਵਾ ਹਾਊ ਟੂ ਬੈਲੈਂਸ ਦ ਕੈਮੀਕਲ ਇਕੁਏਸ਼ਨ ਜਦੋਂ ਆਪਾਂ ਗਾਂ ਕਰਾਣਾ ਨਾ ਸਾਡੇ ਕੁਐਸਚਨ ਵੀ ਹੋਣੇ ਆ ਆਪਾਂ ਲਿਖਾਂਗੇ ਆਪਾਂ ਕੀ ਕਰਨਾ ਆ ਪਹਿਲਾਂ ਅਸੀਂ ਜਿਹੜਾ ਇਹ ਜੋ ਵੀ ਸਾਡਾ ਲਿਖਿਆ ਹੈਗਾ ਅਸੀਂ ਇਹਨੂੰ ਨੋਟ ਕਰ ਲੈਣਾ ਠੀਕ ਆ ਜੀ ਨੋਟ ਕਰਨ ਤੋਂ ਬਾਅਦ ਅਸੀਂ ਇਹ ਆਪਾਂ ਕੀ ਕਰਨਾ ਖੱਬੇ ਪਾਸੇ ਜਾਂ ਸੱਜੇ ਪਾਸੇ ਕੰਪਾਊਂਡ ਜਾਂ ਰੈਕਟੈਂਟ ਦੇ ਵਿੱਚ ਜਾਂ ਪ੍ਰੋਡਕਟ ਦੇ ਵਿੱਚੋਂ ਅਸੀਂ ਉਸ ਕੰਪਾਊਂਡ ਦੀ ਚੋਣ ਕਰਨੀ ਆ ਜਿਹਦੇ ਵਿੱਚ ਨੰਬਰ ਆਫ ਐਟਮ ਸਭ ਤੋਂ ਜ਼ਿਆਦਾ ਹੋਣਗੇ ਇਹਦੇ ਵਿੱਚ ਪਹਿਲਾਂ 3 ਸੀਗੇ ਆਪਾਂ ਦੇਖੋ ਨਾ ਜਿਹੜੀ ਸਾਡੇ ਆਹ ਸੀਗੀ ਜਿਹੜੀ ਕੈਮੀਕਲ ਇਕੁਏਸ਼ਨ ਜਿਹੜੀ ਸੀਗੀ ਆਪਾਂ ਅਗਰ ਆਪਾਂ ਲਿਖੀਏ ਅਨਬੈਲੈਂਸ ਕੀ ਸੀਗੀ Fe ਪਲੱਸ H2O Fe3O4 ਤੇ ਪਲੱਸ H2 ਇਹ ਅਨਬੈਲੈਂਸ ਸੀਗੀ ਹੁਣ ਬੈਲੈਂਸ ਕਿੱਦਾਂ ਕੀਤੀ ਬੈਲੈਂਸ ਕਰਨ ਦੇ ਲਈ ਅਸੀਂ ਇਹਨਾਂ ਦੋਨੇ ਪਾਸੇ ਤੋਂ ਅਸੀਂ ਉਸ ਕੰਪਾਊਂਡ ਦੀ ਚੋਣ ਕਰਨੀ ਆ ਵੀ ਹੈਵ ਟੂ ਚੂਜ਼ ਦੈਟ ਕੰਪਾਊਂਡ ਵਿਚ ਹੈਜ਼ ਦਾ ਮੈਕਸਿਮਮ ਨੰਬਰ ਆਫ ਐਟਮ ਇਹਦੇ ਵਿੱਚ 1 ਵਾ ਇਹਦੇ ਵਿੱਚ 3 ਵਾ ਇਹਦੇ ਵਿੱਚ 4 3 7 ਵਾ ਇਹਦੇ ਵਿੱਚ 2 ਇਸ ਕਰਕੇ ਆਪਾਂ ਇਹਦੀ ਚੋਣ ਕੀਤੀ ਸੀ ਠੀਕ ਹੈ ਨਾ ਫਿਰ ਅਸੀਂ ਕਿ ਇਸੇ ਕੰਪਾਊਂਡ ਦੇ ਵਿੱਚ ਅਸੀਂ ਉਸ ਐਟਮ ਦੀ ਚੋਣ ਕਰਨੀ ਆ ਜਿਹਦੀ ਗਿਣਤੀ ਉਹਦੇ ਵਿੱਚ ਜ਼ਿਆਦਾ ਠੀਕ ਹੈ ਨਾ ਹੁਣ ਇਹਦੇ ਵਿੱਚ ਆਇਰਨ 3 ਸੀਗੇ ਆਕਸੀਜਨ 4 ਸੀ ਇਸ ਕਰਕੇ ਆਪਾਂ ਆਕਸੀਜਨ ਦੀ ਚੋਣ ਕਰਨੀ ਔਰ ਆਕਸੀਜਨ ਨੂੰ ਅਸੀਂ ਬੈਲੈਂਸ ਕਰਨਾ ਬੈਲੈਂਸ ਕਰਨ ਦੇ ਲਈ ਕੀ ਕਰਨਾ ਅਸੀਂ ਇੱਧਰ ਲਿਆ ਤੇ ਖੱਬੇ ਪਾਸੇ ਜਾ ਕੇ ਅਸੀਂ ਉਸ ਫੈਕਟਰ ਨਾਲ ਮਲਟੀਪਲਾਈ ਕਰਨਾ ਜਿਸ ਫੈਕਟਰ ਦੇ ਨਾਲ ਮਲਟੀਪਲਾਈ ਕਰਕੇ ਜਿਹੜੀ ਗਿਣਤੀ ਦੋਨੇ ਪਾਸੇ ਬਰਾਬਰ ਹੋ ਜਾਵੇ ਠੀਕ ਆ ਜੀ ਜਦੋਂ ਅਸੀਂ ਇੱਕ ਦੀ ਗਿਣਤੀ ਬਰਾਬਰ ਕਰ ਦੇਣੀ ਆ ਬੇਟਾ ਦੂਏ ਦੀ ਗਿਣਤੀ ਚੇਂਜ ਹੋ ਜਾਣੀ ਆ ਠੀਕ ਆ ਨਾ ਖੱਬੇ ਇੱਧਰ ਬਦਲ ਗਈ ਫਿਰ ਉਹਦੀ ਗਿਣਤੀ ਨੂੰ ਬਰਾਬਰ ਕਰਨ ਦੇ ਲਈ ਅਸੀਂ ਉਹਨੂੰ ਦੂਜੇ ਪਾਸੇ ਉਸ ਫੈਕਟਰ ਨਾਲ ਮਲਟੀਪਲਾਈ ਕਰਨਾ ਇਹੋ ਜਿਹਾ ਫੈਕਟਰ ਚੂਜ਼ ਕਰਨਾ ਤੇ ਜਿਹਦੇ ਨਾਲ ਜਿਹੜੀ ਗਿਣਤੀ ਦੋਨੇ ਪਾਸੇ ਕੀ ਹੋਵੇ ਆਟੋਮੈਟਿਕਲੀ ਬਰਾਬਰ ਹੋ ਜਾਵੇ ਸਮਝ ਲੱਗੀ ਨਾ ਕਿੱਦਾਂ ਬੈਲੈਂਸ ਕਰਨਾ ਪੁੱਤ ਹਾਂ ਆਪਾਂ ਪੁੱਤ ਗਾਹਾਂ ਇਹਦੀਆਂ ਕੁਝ ਐਗਜ਼ਾਮਪਲਾਂ ਬੜਾਂਗੇ ਕੁਐਸਚਨ ਹੈਗਾ ਤੁਹਾਨੂੰ ਪਤਾ ਲੱਗ ਜਾਣਾ ਠੀਕ ਹੈ ਜੀ ਨੈਕਸਟ ਬੇਟਾ ਅਸੀਂ ਕੀ ਕਰਦੇ ਆ ਫਿਰ ਜਿਹੜੀ ਕੈਮੀਕਲ ਇਕੁਏਸ਼ਨ ਇਹਦਾ ਬੈਲੈਂਸ ਕਰਨੀ ਆਪਾਂ ਸਿੱਖ ਲਈ ਤੁਹਾਨੂੰ ਕੁਐਸਚਨ ਮੈਂ ਆਪਾਂ ਚੱਲਦੇ ਆ ਗਾਹਾਂ ਚੱਲਦੇ ਕੁਐਸਚਨ ਸਾਡੇ ਕੋਲ ਹੈਗੇ ਆ ਇਹਦਾ ਪੇਜ ਨੰਬਰ ਜਿਹੜਾ ਹੈਗਾ ਪੇਜ ਨੰਬਰ ਦੇ ਉੱਤੇ ਸਾਡੇ ਕੋਲ 6 ਦੇ ਪਹਿਲਾ ਕੁਐਸਚਨ ਸੀਗਾ ਵੀ ਵਾਈ ਸ਼ੁੱਡ ਮੈਗਨੀਸ਼ੀਅਮ ਇੱਕ ਮਿੰਟ ਪਹਿਲਾਂ ਆਪਾਂ ਕੁਐਸਚਨ ਤੋਂ ਪਹਿਲਾਂ ਪੂਰਾ ਕਰ ਲਓ ਇਹ ਟੌਪਿਕ ਜਿਹੜਾ ਹੈਗਾ ਫਿਰ ਬੇਟਾ ਅਸੀਂ ਕੀ ਕਰਦੇ ਹਾਂ ਹੋਰ ਆਪਾਂ ਕੀ ਲਿਖਦੇ ਅਗਰ ਜਦੋਂ ਤੁਸੀਂ ਇਹ ਰਿਐਕਸ਼ਨਾਂ ਪੜ੍ਹਨੀਆਂ ਤਾਂ ਤੁਸੀਂ ਕੀ ਦੇਖਣਾ ਇਹਨਾਂ ਦੇ ਨਾਲ ਕਿਤੇ S ਲੱਗਾ ਹੋਣਾ ਕਿਤੇ L ਲੱਗਾ ਹੋਣਾ ਠੀਕ ਆ ਜੀ ਕਿਸੇ ਦੇ ਨਾਲ ਜਿਹੜਾ ਸ਼ਬਦ ਫੇਰ ਜਿਹੜਾ ਹੈਗਾ ਉਹ S ਲੱਗਾ ਹੋਣਾ ਕਿਸੇ ਦੇ ਨਾਲ G ਲੱਗਾ ਹੋਣਾ ਮਤਲਬ ਇਹ ਜਿਹੜੇ ਜਿੰਨੇ ਵੀ ਰਿਐਕਟੈਂਟ ਜਾਂ ਪ੍ਰੋਡਕਟ ਦੇ ਵਿੱਚ ਵਾ ਸਾਡੇ ਕੀ ਹੋਣਾ ਵਰਡ ਲਿਖੇ ਹੋਣੇ S L G ਇੱਕ ਬੇਟਾ ਹੋਣਾ AQ ਮਤਲਬ 4 ਚੀਜ਼ਾਂ ਠੀਕ ਹੈ S ਦਾ ਮਤਲਬ ਹੁੰਦਾ ਪੁੱਤ ਸੋਲਿਡ L ਦਾ ਮਤਲਬ ਹੋਣਾ ਲਿਕਵਿਡ G
और ए क्यों ਹੁੰਦਾ ਇਹ ਹੁੰਦਾ ਐਕੁਅਸ ਐਕੁਅਸ ਮੀਨਸ ਇਹਨੂੰ ਅਸੀਂ ਜਿਹੜਾ ਅਸੀਂ ਕੋਈ ਵੀ ਜਿਹੜਾ ਸਬਸਟੈਂਸ ਆ ਜਿਹਨੂੰ ਵਾਟਰ ਵਿੱਚ ਘੋਲਿਆ ਜਿਹੜਾ ਐਕੁਆ ਸ਼ਬਦ ਦਾ ਮਤਲਬ ਵਾਟਰ ਠੀਕ ਆ ਜੀ ਮਤਲਬ ਅਸੀਂ ਆਮ ਤੌਰ ਤੇ ਨਹੀਂ ਯੂਜ਼ ਕਰਦੇ ਪਰ ਕਈ ਵਾਰ ਕੀ ਹੁੰਦਾ ਬੇਟਾ ਤਾਂ ਆਉਂਦੀ ਹੈ ਕਿਉਂਕਿ ਤੁਸੀਂ ਕਿਸੇ ਨੇ ਅਨਮਿਊਟ ਨਹੀਂ ਕੀਤਾ ਹੋਇਆ ਜਦੋਂ ਤੁਸੀਂ ਸਾਰੇ ਅਨਮਿਊਟਡ ਹੁੰਦੇ ਨਾ ਫਿਰ ਆਵਾਜ਼ ਰਿਫਲੈਕਟ ਨਹੀਂ ਹੁੰਦੀ ਹੁਣ ਆ ਰਹੀ ਨਾ ਵਾ ਹਾਂ ਤੁਸੀਂ ਅਗਰ ਕਿਸੇ ਨੇ ਵੀ ਅਨਮਿਊਟ ਵਾ ਕੋਈ ਬੱਚਾ ਉਹ ਜਿਹੜੀ ਮੈਂ ਬੋਲਦਾ ਨਾ ਉਹੀ ਆਵਾਜ਼ ਇੱਧਰ ਸੁਣਦੀ ਦੁਬਾਰਾ ਸਾਨੂੰ ਹੁਣ ਠੀਕ ਆ ਨਾ ਦੇਖੋ ਹਾਂ ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀਗਾ ਤੁਸੀਂ ਆਪਣੇ ਆਪ ਨੂੰ ਮਿਊਟ ਰੱਖਣਾ ਜਦੋਂ ਮੈਂ ਤੁਹਾਨੂੰ ਕੁਝ ਪੁੱਛਦਾ ਫਿਰ ਜਵਾਬ ਦੇਣ ਲਈ ਅਨਮਿਊਟ ਕਰ ਲਓ ਔਰ ਉਸੇ ਵੇਲੇ ਫਿਰ ਮਿਊਟ ਕਰ ਲਓ ਠੀਕ ਹੈ ਜੀ ਆਪਾਂ ਦੇ ਨਾਲ ਜੁੜੇ ਕੌਣ ਕੌਣ ਆ ਚਲੋ ਕੋਈ ਗੱਲ ਨਹੀਂ ਜਿਹੜਾ ਵੀ ਆਂਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਕਿੰਮੀ ਕਿੰਮੀ ਪੁੱਤ ਕਲਾਸ ਵਿੱਚ ਹੀ ਆ ਜਾਂ ਕਲਾਸ ਲਾ ਕੇ ਚੱਲ ਜਾਂਦੇ ਆ ਕਲਾਸ ਪੂਰੀ ਅਟੈਂਡ ਕਰਨੀ ਪੁੱਤ ਅਟੈਂਡੈਂਸ ਪਤਾ ਲੱਗ ਜਾਣੀ ਕਿੰਨੇ ਪਰਸੈਂਟ ਤੁਸੀਂ ਕਲਾਸ ਅਟੈਂਡ ਕੀਤੀ ਹੈ ਕੌਣ ਪੁੱਤ ਅੱਛਾ ਪੁੱਤ ਮੈਂ ਜਿਹੜੀ ਨਾ ਤੁਹਾਨੂੰ ਗੱਲ ਕਹਿਣੀ ਚਾਹਨਾ ਦੇਖੋ ਤੁਸੀਂ ਟੀਚਰ ਦਾ ਕੰਮ ਦਾ ਪੜ੍ਹਾਉਣਾ ਠੀਕ ਆ ਤੁਸੀਂ ਅਗਰ ਤੁਸੀਂ ਵਾਕਈ ਪੜ੍ਹਨਾ ਚਾਹੁੰਦੇ ਤਾਂ ਬੇਟਾ ਪੜ੍ਹਾਈ ਕਰਨੀ ਜ਼ਰੂਰ ਸਿੱਖ ਲਓ ਕੁਝ ਸਿੱਖਣਾ ਚਾਹੁੰਦੇ ਠੀਕ ਆ ਨਾ ਹਾਂ ਇਸੇ ਕਰਕੇ ਤੁਹਾਡੀ ਜੁਦੀ ਜੁਦੀ ਮੈਂ ਕਲਾਸ ਲਗਾਉਣਾ ਆ ਅਗਰ ਨਹੀਂ ਪੜੋਗੇ ਤਾਂ ਮੇਰਾ ਤਾਂ ਕੁਝ ਨਹੀਂ ਜਾਣਾ ਮੈਨੂੰ ਤਨਖਾਹ ਮਿਲ ਜਾਣੀ ਆ ਠੀਕ ਹੈ ਨਾ ਤੁਹਾਡੇ ਲਈ ਸਪੈਸ਼ਲ ਮੈਂ ਕਲਾਸ ਸੈਪਰੇਟ ਇਸ ਕਰਕੇ ਕੀਤੀਆਂ ਵੀ ਤਾਂ ਕਿ ਬੱਚੇ ਕਨਫਿਊਜ਼ ਨਾ ਹੋਣ ਵਿੱਚ ਕੀ ਉਹ ਕੀ ਆ ਉਹ ਕੀ ਆ ਬੇਟਾ ਚਾਰ ਆਪਾਂ ਵਰਡ ਯੂਜ਼ ਹੁੰਦੇ ਨਾਲ ਲਿਖੇ ਜਾਂਦੇ ਆ ਇਸ ਦਾ ਮਤਲਬ ਹੁੰਦਾ ਸੋਲਿਡ ਐਲ ਦਾ ਮਤਲਬ ਹੁੰਦਾ ਲਿਕਵਿਡ ਫਾਰਮ ਦੇ ਵਿੱਚ ਆ ਉਹ ਸਬਸਟੈਂਸ ਜੀ ਦਾ ਮਤਲਬ ਗੈਸ ਪ੍ਰੋਡਿਊਸ ਹੋ ਰਹੀ ਆ ਐਕੁਅਸ ਦਾ ਮਤਲਬ ਏਕਿਊ ਦਾ ਮਤਲਬ ਐਕੁਅਸ ਨੂੰ ਅਸੀਂ ਪਾਣੀ ਦੇ ਵਿੱਚ ਘੋਲਿਆ ਹੋਇਆ ਜਦੋਂ ਏਕਿਊ ਲਿਖਿਆ ਹੋਣਾ ਦੈਟ ਮੀਨਸ ਇਟ ਇਜ਼ ਏ ਜਲੀ ਘੋਲ ਪੰਜਾਬੀ ਚ ਕਹਿੰਦੇ ਇਹਨੂੰ ਜਲੀ ਮਤਲਬ ਜਲੀ ਜਲਿਆ ਨਹੀਂ ਕਿਸੇ ਵੀ ਚੀਜ਼ ਦਾ ਪਾਣੀ ਵਿੱਚ ਘੋਲ ਉਹਨੂੰ ਬੋਲੇ ਐਕੁਅਸ ਐਕੁਆ ਸ਼ਬਦ ਜਿਹੜਾ ਆ ਫॉर ਵਾਟਰ ਵੀ ਯੂਜ਼ ਐਕੁਆ ਆਂਦਾ ਨਾ ਐਕੁਆ ਗਾਰਡ ਲਿਖ ਆਂਦੇ ਆ ਠੀਕ ਹੈ ਨਾ ਐਕੁਅਸ ਸ਼ਬਦ ਦਾ ਮਤਲਬ ਆ ਮੀਨਸ ਦਾ ਵਾਟਰ ਠੀਕ ਹੈ ਜੀ ਇਹ ਸਮਝ ਲੱਗ ਗਿਆ ਬੇਟਾ ਹੁਣ ਤੁਸੀਂ ਜਿਹੜਾ ਨਾ ਆਪਾਂ ਕੁਐਸਚਨ ਕਰਨੇ ਆ ਦੇਖੋ ਜਿਹੜੀ ਤੁਹਾਡੀ ਅਸਾਈਨਮੈਂਟਾਂ ਵਿੱਚ ਕੁਐਸਚਨ ਨਹੀਂ ਤੁਹਾਨੂੰ ਆਣੇ ਉਹ ਮੈਨੂੰ ਜੁਦੇ ਕਰਾਣੇ ਪੈਣੇ ਆ ਹੁਣ ਪਹਿਲਾ ਕੁਐਸਚਨ ਵਾ ਜਿੱਥੇ ਤੱਕ ਹੁਣ ਤੱਕ ਅਸੀਂ ਪੜ੍ਹ ਲਏ ਇੱਥੇ ਤੱਕ ਦਾ ਜਿਹੜਾ ਜੋ ਵੀ ਆਇਆ ਉਹ ਚ ਫਸਟ ਕੁਐਸਚਨ ਸਾਨੂੰ ਆ ਰਿਹਾ ਪਹਿਲਾ ਕੁਐਸਚਨ ਆ ਮੈਂ ਕੁਐਸਚਨ ਤੁਹਾਨੂੰ ਸਿਲੈਕਟ ਕਰ ਦਊਂਗਾ ਆਨਸਰ ਤੁਸੀਂ ਸੁਣ ਲਓ ਪਹਿਲਾ ਕੁਐਸਚਨ ਹੈਗਾ ਵਾਈ ਸ਼ੁੱਡ ਏ ਮੈਗਨੀਸ਼ੀਅਮ ਰਿਬਨ ਬੀ ਕਲੀਨਡ ਬਿਫੋਰ ਵਾਰਨਿੰਗ ਇਨ 에ਅਰ ਆਪਾਂ ਕੱਲ ਵੀ ਦੱਸਿਆ ਸੀਗਾ ਕਿ ਮੈਗਨੀਸ਼ੀਅਮ ਰਿਬਨ should be cleaned before burning in air to remove the protective layer of magnesium oxide ਪਰ ਮੈਂ ਕੱਲ ਵੀ ਦੱਸਿਆ ਸੀਗਾ ਕਿ ਜਿਹੜਾ ਮੈਗਨੀਸ਼ੀਅਮ ਹੁੰਦਾ ਉਹਦੇ ਉੱਤੇ ਮੈਗਨੀਸ਼ੀਅਮ ਆਕਸਾਈਡ ਦੀ ਇੱਕ ਲੇਅਰ ਹੁੰਦੀ ਪ੍ਰੋਟੈਕਟਿਵ ਲੇਅਰ ਹੁੰਦੀ ਆ ਉਹਨੂੰ ਰਿਮੂਵ ਕਰਨ ਦੇ ਲਈ ਉਹਨੂੰ ਰੱਬ ਕੀਤਾ ਜਾਂਦਾ ਸੈਂਡ ਪੇਪਰ ਦੇ ਨਾਲ ਫਿਰ ਉਹ ਚੰਗੀ ਤਰ੍ਹਾਂ ਉਹ ਜਲਦਾ ਠੀਕ ਆ ਜੀ ਸਮਝ ਲੱਗ ਗਿਆ ਕੁਐਸਚਨ ਦਾ ਆਨਸਰ ਕੀ ਆ burning in air to remove the protective layer of magnesium ਹਾਂਜੀ ਠੀਕ ਹੈ ਜੀ ਨੈਕਸਟ ਜਿਹੜਾ ਕੁਐਸਚਨ ਹੈਗਾ ਰਾਈਟ ਦਾ ਬੈਲੈਂਸਡ ਇਕੁਏਸ਼ਨ ਫॉर ਦਾ ਫੋਲੋਇੰਗ ਕੈਮੀਕਲ ਰਿਐਕਸ਼ਨ
हाँ पहली तो इक्वेशन हैगी आ दैट इज हाइड्रोजन प्लस क्लोरीन, ठीक है ना। फर्स्ट सैकंड क्वेश्चन जिहड़ा हैगा ਉਹਦਾ हैगा फर्स्ट पार्ट हाइड्रोजन प्लस क्लोरीन, ये साडे को बन गया हाइड्रोजन क्लोराइड। हुण तुहानूं ये पता भी हाइड्रोजन का सिंबल की हुंदा पुत्त, ਜਦੋਂ ਅਸੀਂ ਇਹਦੀ ਬੈਲੈਂਸ ਕੈਮੀਕਲ ਇਕੁਏਸ਼ਨ ਜਿਹੜੀ ਹਾਈਡਰੋਜਨ ਹੁੰਦੀ ਬੇਟਾ ਇਹ ਹੁੰਦੀ H2, ਕਲੋਰੀਨ ਹੁੰਦੀ ਆ Cl2, ਔਰ ਜਿਹੜਾ ਸਾਡਾ ਹਾਈਡਰੋਜਨ ਕਲੋਰਾਈਡ ਹੁੰਦਾ ਇਹ ਹੁੰਦਾ HCl, ਠੀਕ ਹੈ ਨਾ। ਹਾਈਡਰੋਜਨ ਇਜ਼ ਰਿਟਨ ਐਜ਼ H2, ਕਲੋਰੀਨ ਹੈ Cl2, ਹਾਈਡਰੋਜਨ ਹੁੰਦਾ HCl। ਹੁਣ ਉਹਨੂੰ ਬੈਲੈਂਸ ਕਰੋ, ਕਿੱਦਾਂ ਕਰਨਾ ਦੱਸੋ ਮੈਨੂੰ, ਕੀ ਆਣਾ। ਇੱਥੇ ਕਿੰਨੇ ਲਿਖੇ ਦੇਖੋ ਬੇਟਾ, ਇਹਦੇ ਵਿੱਚ ਧਿਆਨ ਦਿਓ, हाइड्रोजन 2 आ, क्लोरीन 2 आ, इधर हाइड्रोजन 1 आ, क्लोरीन 1 आ। हुण किसी एक नूं पिक कर लो, इधर 2 आ, ठीक है ना, इधर 2 नाल मल्टीप्लाई कर दो तो 2 हाइड्रोजन हो गए, क्लोरीन भी अपने आप नाल 2 आ गई दोनों पासे। ये बड़ी सौखी है बैलेंस करनी, ठीक है जी। ये बैलेंस हो गई तुहाडी, समझ लग गई। हाँ हाँ, मतलब ये सिंपल सी। हुण नैक्सट जिहड़ी हैगी आ वो हैगा बेरियम क्लोराइड प्लस एल्यूमीनियम सल्फेट ठीक है। ये रिएक्टेंट से साडे कोल बन के जांदा, साडे कोल बन गया बेरियम सल्फेट। पुत जिथों कोई चीज़ नहीं पता लगती वो सुन लेना, और क्लास में आए तो क्लास पूरी अटेंड करनी, ये नहीं भी क्लास लगा ली तो छड़ के चल गए। बेरियम सल्फेट प्लस बन गया एल्यूमीनियम क्लोराइड, ठीक है जी। हुण पहला असीं इहदी जिहड़ी आ कैमीकल इक्वेशन लिखनी आ। जिहड़ी बेरियम क्लोराइड हुंदा बेटा वो साडे कोल हुंदा BaCl2। बेरियम क्लोराइड की आ, हुण इत्थे तुहानूं पता लगना भी तुहानूं समझ लग्या कि नहीं लग्या। बेरियम क्लोराइड दा BaCl2, एल्यूमीनियम सल्फेट हुंदा Al2SO4 3, ठीक है जी। ये साडे कोल बन गया बेरियम सल्फेट BaSO4 प्लस साडे कोल एल्यूमीनियम क्लोराइड। एल्यूमीनियम क्लोराइड का फार्मूला की हुंदा AlCl3। ये 9वीं दे विच भी सीगा, याद है किसे नूं। हुण बेटा ये साडे कोल देखो बेरियम क्लोराइड का BaCl2, एल्यूमीनियम सल्फेट का Al2SO4 ब्रैकेट विच हुंदा 3, बेरियम सल्फेट ते एल्यूमीनियम क्लोराइड। हुण ये अनबैलेंस कैमीकल इक्वेशन आ, ठीक है ना। पहला असीं स्केलेटल इक्वेशन इहनूं बोलदे आ स्केलेटल, ठीक है ना, आपां लिख लई आ पर बैलेंस नहीं हैगी। हुण इहनूं इस बैलेंस किद्दां करना, देखो ध्यान दिओ। हुण तुसीं मैनूं ध्यान तुसीं बोलना नालों नाल ते तुहानूं समझ लग्या कि नहीं लग्या। देखो बेटा इहदे विच किन्ने आ, बेरियम 1, क्लोरीन 2, टोटल किन्ने हो गए इधरले पासे, किन्ने एटम इधरले पासे। ਇਹਦੇ ਚ देखो किन्ने एटम गिनती करके दसो मैनूं, जिहड़ा दसूगा ਉਹਨੂੰ 10 रुपए इनाम। हुण ਇਹ खत च पाने ਇਹ ਤੇ गिनती करो एटम टोटल बेटा देखो टोटल किन्ने, ध्यान दो हजे भी दो बेटा। देखो एल्यूमीनियम दे 2, सल्फर दे 3, हाँ 4 ते 12 बेटा, 4 है ना, ये इन मल्टीप्लाई SO4 टोटल मल्टीप्लाई आ ये। आ देखो ना, आ देखो SO4 ब्रैकेट विच है ना, ਇਹਦਾ मतलब सल्फर 3 वा ते 4 ते 12 ऑक्सीजन आ, 4 ते 12 3 15 ਤੇ 2 17। ਇਹਦੇ ਵਿੱਚ 17 ਐਟਮ ਆ, ਇਹਦੇ ਵਿੱਚ ਕਿੰਨੇ ਆ 1 2 4 3 7, ਇਹਦੇ ਵਿੱਚ 1 4 3 1 4।
ਉਹ ਸਮਝ ਲੱਗਿਆ ਬੇਟਾ? ਧਿਆਨ ਦਿਓ ਆ ਬੇਟਾ, ਆ ਜਿਹੜੀ ਬੇਟਾ ਬ੍ਰੈਕਟ, ਬੇਟਾ ਜਿਹੜੀ ਇਹ ਬ੍ਰੈਕਟ ਆ ਨਾ, ਬ੍ਰੈਕਟ, ਹਾਂ ਇਹਨੂੰ, ਆ ਬ੍ਰੈਕਟ ਜਿਹੜੀ ਇਕੱਲੇ ਇਕੱਲੇ ਨਾਲ ਮਲਟੀਪਲਾਈ ਹੋਣਾ, 3 ਮਲਟੀਪਲਾਈ ਦੋਨਾਂ ਦੇ ਨਾਲ ਆ। ਇੱਥੇ ਇੱਕ ਇੱਕ ਵਾ ਨਾ, ਇਸ ਕਰਕੇ 3 1 3, ਇੱਥੇ 4 ਆ, 4 ਤੇ ਆ ਇਹ 12 ਬਣੀਆਂ, 4 ਤੇ ਆ 12 ਤੇ 3 15 2 17। ਇਹਦੇ ਵਿੱਚ ਕੀ ਆ? ਸਭ ਤੋਂ ਜ਼ਿਆਦਾ ਨੰਬਰ ਆਫ ਐਟਮ ਆ। ਹੁਣ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਆਫ, ਇਹ ਤਾਂ ਸਾਰੇ 17 ਹੋ ਗਏ, ਇਹਦੇ ਵਿੱਚ ਸਭ ਤੋਂ ਜ਼ਿਆਦਾ ਕਿਹਦੇ ਐਟਮ ਆ ਦੱਸੋ ਮੈਨੂੰ? ਦੇਖੋ ਐਲੂਮੀਨੀਅਮ 2 ਆ, ਸਲਫਰ 3 ਆ, ਆਕਸੀਜਨ ਕਿੰਨੇ ਆ? ਸੱਤ ਕਿਹਨੇ ਕਿਹਾ ਮੈਨੂੰ ਦੱਸੋ? ਮੈਨੂੰ ਸੱਤ ਕਿਹਨੇ? ਬੇਟਾ ਮਲਟੀਪਲਾਈ ਕਰਨਾ, 4 3 7 ਨਹੀਂ, 4 ਤੀਆ 12। ਹੁਣ ਦੇਖੋ ਇਹਦੇ ਵਿੱਚ ਆਪਾਂ ਨੂੰ ਕੀ ਹੋ ਗਿਆ, ਆਪਾਂ ਦੇਖ ਲਿਆ ਤੇ ਇਹਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਐਟਮ ਜਿਹੜੇ ਆ, ਸਭ ਤੋਂ ਜ਼ਿਆਦਾ ਕਿਹਦੇ ਆ? ਉਹ ਹੈਗੇ ਆਕਸੀਜਨ ਦੇ। ਆਕਸੀਜਨ ਦੇ ਨਾ 4 ਤੇ 12, ਤੇ ਇੱਧਰ 12 ਆਕਸੀਜਨ, ਇੱਧਰ ਕਿੰਨੀਆਂ ਆਕਸੀਜਨ? ਬੇਟਾ ਇੱਧਰਲੇ ਪਾਸੇ 12 ਆਕਸੀਜਨ ਹੋ ਗਏ ਨਾ, ਇੱਧਰਲੇ ਪਾਸੇ ਆਕਸੀਜਨ ਕਿੰਨੇ ਆ? ਹਾਂ ਬੇਟਾ ਇੱਧਰ 4 ਵਾ, ਠੀਕ ਹੈ ਨਾ। 12 ਕਰਨ ਲਈ ਇੱਥੇ ਕਿੰਨਾ ਮਲਟੀਪਲਾਈ ਕਰਨਾ ਪੈਣਾ ਸਾਨੂੰ? ਹਾਂਜੀ ਹਾਂ, ਆ 3 ਦੇ ਨਾਲ ਮਲਟੀਪਲਾਈ ਕਰਤਾ, 4 ਤੇ 12 ਆਕਸੀਜਨਾਂ ਹੋ ਗਈਆਂ। ਪਰ ਹੁਣ ਪੰਗਾ ਕੀ ਖੜ ਗਿਆ ਇੱਥੇ? ਦੇਖੋ ਹੁਣ ਦੇਖੋ, ਆਕਸੀਜਨ ਤਾਂ 12 ਬਣ ਗਈਆਂ, ਠੀਕ ਹੈ ਨਾ, ਤੇ ਇੱਥੇ ਬੇਰੀਅਮ ਕਿੰਨੇ ਹੋ ਗਏ? ਬੇਰੀਅਮ 3 ਹੋ ਗਏ, ਸਲਫਰ 3 ਹੋ ਗਏ। ਹੁਣ ਸਲਫਰ ਇੱਧਰ ਵੀ 3 ਵਾ, ਬੇਰੀਅਮ ਇੱਧਰ 3 ਹੋ ਗਏ, ਇੱਧਰ ਬੇਰੀਅਮ ਕਿੰਨੇ ਆ? ਇੱਧਰ ਬੇਰੀਅਮ ਤਾਂ 1 ਆ ਨਾ, ਇੱਧਰ ਬੇਰੀਅਮ 1 ਆ ਨਾ, ਇੱਧਰ 3 ਕਰਨ ਨੂੰ ਕੀ ਕਰਨਾ ਪੈਣਾ ਸਾਨੂੰ? ਇਹਦੇ ਨਾਲ 3 ਲਾਣਾ ਪੈਣਾ। ਹੁਣ 3 ਬੇਰੀਅਮ ਹੋ ਗਏ, ਪਰ ਕਲੋਰੀਨ ਕਿੰਨੇ ਹੋ ਗਏ ਇੱਧਰ? ਇੱਧਰ ਕਲੋਰੀਨ ਕਿੰਨੇ ਬਣ ਗਏ ਪੁੱਤ? ਇੱਧਰ ਕਲੋਰੀਨ ਸਾਡੇ ਕੋਲ 6 ਹੋ ਗਏ, ਇੱਧਰ ਕਲੋਰੀਨ ਕਿੰਨੇ ਸਾਡੇ ਕੋਲ? ਇੱਧਰ ਕਿੰਨੇ ਆ? ਇੱਧਰ 3 ਵਾ, ਤੇ 6 ਕਰਨ ਲਈ ਕੀ ਕਰਨਾ ਪੈਣਾ ਇੱਥੇ? ਹਾਂ 2 ਨਾਲ ਮਲਟੀਪਲਾਈ ਕਰਨਾ ਪੈਣਾ। ਹੁਣ ਕੀ ਹੋ ਗਿਆ? 6 ਕਲੋਰੀਨ ਹੋ ਗਏ। ਐਲੂਮੀਨੀਅਮ ਇੱਧਰ ਕਿੰਨੇ ਹੋ ਗਏ? ਹੁਣ ਐਲੂਮੀਨੀਅਮ ਫਰਕ ਪੈ ਗਿਆ ਨਾ, ਇੱਧਰ ਐਲੂਮੀਨੀਅਮ ਕਿੰਨੇ ਹੋ ਗਏ? ਇੱਧਰ ਕਿੰਨੇ ਆ? ਹਾਂ ਹੁਣ ਸਾਰੇ ਪਾਸੇ ਗਿਣਤੀ ਕਰੋ, ਦੇਖੋ ਦੋਨੇ ਪਾਸੇ ਬਰਾਬਰ ਆ ਗਏ ਐਟਮ ਕਿ ਨਹੀਂ ਆ ਗਏ? ਮੈਂ ਜਿਹਨੂੰ ਪਾਣੀ ਪੀ ਲਵਾਂ। ਦੇਖੋ ਗਿਣਤੀ ਕਰੋ, ਸਾਰੇ ਬਰਾਬਰ ਹੋ ਗਏ? ਉਹ ਤੁਸੀਂ ਇਹ ਦੱਸੋ, ਤੁਹਾਨੂੰ ਇਹ ਸਮਝ ਲੱਗ ਗਿਆ ਨਾ ਕਿੱਦਾਂ ਬੈਲੈਂਸ ਕਰਨੀ ਪੁੱਤ? ਹੁਣ ਮਤਲਬ ਕੈਮੀਕਲ ਇਕੁਏਸ਼ਨ ਨੂੰ ਕਿੱਦਾਂ ਬੈਲੈਂਸ ਕਰਨਾ, ਇਹ ਜਿਹੜਾ ਆ ਜਦੋਂ ਤੁਸੀਂ +1 ਦੇ ਵਿੱਚ ਜਾਣਾ ਨਾ, ਤੁਹਾਨੂੰ ਪਤਾ ਹੋਣਾ ਵੀ ਕੀ ਹੋ ਗਿਆ, ਸਾਨੂੰ ਸਾਰਾ ਕਿਨੇ ਸਿਖਾਇਆ ਸੀ। ਇਸ ਕਰਕੇ ਮੈਂ ਬਾਰ-ਬਾਰ ਸਾਰਿਆਂ ਨੂੰ ਬੇਨਤੀ ਕਰਦਾ, ਮੇਰਾ ਕਹਿਣਾ ਤਾਂ ਕੋਈ ਮੰਨਦਾ ਨਹੀਂ ਹੈਗਾ ਵੈਸੇ, ਮੈਂ ਬਾਰ-ਬਾਰ ਕਹਿੰਦਾ ਪੁੱਤ ਕਲਾਸ ਵਿੱਚ ਆਓ, ਕਲਾਸ ਵਿੱਚ ਆਓ, ਕਲਾਸ ਵਿੱਚ ਆਓ, ਪਰ ਕੋਈ ਨਹੀਂ ਸੁਣਦਾ, ਕੋਈ ਨਹੀਂ ਸੁਣਦਾ, ਕੋਈ ਨਹੀਂ ਸੁਣਦਾ। ਠੀਕ ਆ? ਚਲੋ ਜਿਹੜੇ ਆ ਸੀ ਨਾ ਬੱਚੇ, ਮੈਨੂੰ ਮੈਂ ਬੜਾ ਮਨ ਮੇਰਾ ਖਰਾਬ ਹੋਇਆ। ਸੋ ਸਾਡੇ ਕੋਲ ਪਹਿਲੇ 3 4 ਅੱਛੇ ਬੱਚੇ ਸੀ। ਬਲਵਿੰਦਰ ਕੌਰ ਸੀ, ਸਿਮਰਨਜੀਤ ਹੈਗੀ ਅੱਜ? ਸਿਮਰਨਜੀਤ ਆਈ ਕਲਾਸ ਚ? ਨਹੀਂ ਆਈ ਨਾ। ਹਾਂ ਸਿਮਰਨ ਬਾਸਲੇ, ਕੁਝ ਬੱਚੇ ਸੀ ਜਿਹੜੇ ਚੰਗੇ ਸੀ। ਉਹ ਤੋਂ ਬਾਅਦ ਮੈਨੂੰ ਲੱਗਿਆ ਸੀ ਜਿਹੜੀ ਮਨਰਵਾ ਸਕੂਲ ਤੋਂ ਪ੍ਰਿਆ ਹੋ ਗਈ, ਕਿੰਮੀ, ਗੁਰਵਿੰਦਰ ਸਿੰਘ, ਤਾਨਿਸ਼ ਵਗੈਰਾ, ਮੈਂ ਅੱਛੇ ਬੱਚੇ ਆਏ ਆ, ਠੀਕ ਹੈ ਨਾ। ਪਰ ਇਹ ਪਤਾ ਨਹੀਂ ਹੁਣ ਮੈਂ, ਮੇਰਾ ਆਈਡੀਆ ਠੀਕ ਆ ਜਾਂ ਗਲਤ ਆ, ਪਰ ਮੈਨੂੰ ਲੱਗੇ ਨਹੀਂ ਬੱਚੇ ਵੀ ਉਸ ਲੈਵਲ ਦੇ। ਪਰ ਜਿਹੜੇ ਨਾ 8ਵੀਂ ਚ ਬੱਚੇ ਆਏ ਪੁੱਤ ਇਹਨਾਂ ਦੇ ਸਕੂਲ ਦੇ, ਮਤਲਬ ਮੈਂ ਸਾਫ਼ ਕਹਿ ਰਿਹਾ, ਇਹ ਸਕੂਲ ਦੇ 8ਵੀਂ ਚ ਬੱਚੇ ਆਏ ਆ, ਬਹੁਤ ਅੱਛੇ ਬੱਚੇ। ਤੁਸੀਂ ਸੁਣ ਕੇ ਹੈਰਾਨ ਹੋਣਾ, ਅਸੀਂ 4 ਲੈਸਨ ਕਰਾਤੇ ਉਹਨਾਂ ਨੂੰ, 4 ਲੈਸਨ ਮੈਂ ਕਰਾ ਚੁੱਕਾ, ਔਰ 5 ਲੈਸਨ ਸਾਰੇ ਆ, ਸਾਡਾ ਲਾਸਟ ਲੈਸਨ ਸ਼ੁਰੂ ਹੋ ਗਿਆ, ਔਰ ਬੱਚਿਆਂ ਨੂੰ ਰਟਿਆ ਪਿਆ, ਔਰ ਇੱਕ ਦਿਨ ਵੀ 1 ਮਿੰਟ ਮਿੰਚ ਨਹੀਂ ਕਲਾਸ ਕਰਦੇ ਉਹ। ਇਹ ਹੁਣ ਪਤਾ ਨਹੀਂ ਇਹ ਬੱਚੇ ਵੱਡੇ ਹੋ ਗਏ ਕਰਕੇ ਆ ਥੋੜਾ, ਇਹ ਮੈਨੂੰ ਪਤਾ ਨਹੀਂ। ਆ ਸਮਝ ਲੱਗ ਗਿਆ ਪੁੱਤ ਤੁਹਾਨੂੰ ਕਿੱਦਾਂ ਬੈਲੈਂਸ ਕਰਨਾ? ਹਾਂ ਬੇਟਾ ਥਰਡ ਇਸੇ ਕੁਐਸਚਨ ਦਾ ਥਰਡ ਪਾਰਟ,
थर्ड पार्ट की आ ਉਹਦੇ ਵਿੱਚ ਕੀ ਆ सोडियम प्लस पानी ठीक है ना सोडियम जमा वाटर सॉरी मैं पंजाबी बोलण लग पिया सोडियम जमा वाटर बेटा म्यूट कर लो जो कोई अनम्यूटेड है तो साढ़े को बन गया सोडियम हाइड्रोक्साइड प्लस हैगी हाइड्रोजन ठीक है जी बेटा सोडियम जिहड़ा हुंदा इहदा सिंबल हुंदा Na वाटर का फार्मूला हैगा H2O सोडियम हाइड्रोजन NaOH ते हाइड्रोजन आपां लिखते हैं H2 दे नाल ठीक है जी हुण गिनती कर लो दोनों पासे बराबर है कि घट वाधा इधर देखो सोडियम एक आ ठीक है ना वन सोडियम वन आ दो तो एक तीन वा ਇਹਦੇ ਵਿੱਚ 3 ਵਾ ਇਹਦੇ ਵਿੱਚ 2 ਆ ਠੀਕ ਹੈ ਜੀ ਇਦਾਂ ਹੀ ਆ ਹਾਂ ਬੇਟਾ ਇਹਦੇ ਵਿੱਚ ਹੁਣ ਦੇਖੋ ਐਟਮ ਕਿਹਦੇ ਜ਼ਿਆਦਾ ਆ H ਵੀ 3 ਵਾ ਇਹਦੇ ਵਿੱਚ ਵੀ 3 ਵਾ ਠੀਕ ਹੈ ਜੀ H ਵੀ 3 ਤੇ H ਵੀ 3 ਹੁਣ ਇਹਦੇ ਵਿੱਚ ਸੋਡੀਅਮ ਇੱਕ ਆ ਆਕਸੀਜਨ ਇੱਕ ਆ ਹਾਈਡਰੋਜਨ ਇੱਕ ਆ 3 ਐਟਮ ਆ ਇਧਰ ਵਿੱਚ ਇਹਦੇ ਵਿੱਚ ਇਹ ਚ ਐਟਮ 3 ਪਰ ਇਹ ਚ ਹਾਈਡਰੋਜਨ ਦੇ ਐਟਮ ਕੀ ਆ ਉਹ ਜ਼ਿਆਦਾ ਆ ਠੀਕ ਆ ਜੀ ਅਸੀਂ ਵੀ ਕੀ ਕਰਨਾ ਅਸੀਂ ਇਹਨੂੰ ਆਪਾਂ ਲੈਣਾ ਹੁਣ ਇਹਦੇ ਵਿੱਚ ਕੀ ਆ ਹਾਈਡਰੋਜਨ ਇਧਰ 2 ਆ ਬੇਟਾ इधर किन्ने 2 ते 1 3 वा 1 ते 2 3 है ना ये हुण असीं बैलेंस करने की करना पैना असीं कोशिश करनी मल्टीप्लाई कितना करना 2 दे नाल अगर असीं इहनूं 2 नाल मल्टीप्लाई कर दिंदे आ ठीक है इन्ना होना की आ साडे कोल 2 दूनी 4 हाइड्रोजन हो गईयां पर साडे कोल इधर किन्नियां हाइड्रोजन 2 ते 1 3 ठीक है ना ते फिर असीं 2 कर लई 4 किद्दां करांगे इत्थे आपां 2 नाल मल्टीप्लाई कर देना इहदे नाल की होना साढ़े को हाइड्रोजन 2 ते 2 4 हो गई ते इधरले पासे भी 4 हो गई ठीक है पर हुण फर्क की होया इत्थे फर्क ये आ गया भी इधर ऑक्सीजन किनियां 2 ऑक्सीजन इत्थे भी 2 ऑक्सीजन हो गई पर सोडियम 2 इधर 2 आ गया इधर 1 रह गया इस करके आपां इत्थे कीता इन्हूं 2 ना मल्टीप्लाई करता इन्हां साडी बैलेंस हो गई मैं काली तां नहीं कीती ये समझ लग गया की करना पुत्त ਤੇ ਹੁਣ ਤੁਸੀਂ ਇਹ ਹੁਣ ਕਿਉਂਕਿ ਮੈਂ ਤੁਹਾਨੂੰ ਆਪ ਇਹਦੇ ਵਿੱਚ ਬੜੀ ਡਿਟੇਲ ਸਮਝਾ ਦਿੱਤਾ ਆ ਇਸ ਕਰਕੇ ਇਹ ਤੁਸੀਂ ਕੀ ਕਰਨਾ ਗਾਹਾਂ ਜਦੋਂ ਬੈਲੈਂਸ ਕਰਨਾ ਬੈਲੈਂਸ ਕਰਨ ਦੇ ਲਈ ਅਸੀਂ ਫੇਰ ਉਹੀ ਸਟੈਪ ਕਰਨਾ ਵੀ ਪਹਿਲਾਂ ਅਸੀਂ ਕੀ ਕਰਨਾ ਉਸ ਕੰਪਾਊਂਡ ਦੀ ਚੋਣ ਕਰਨੀ ਆ we have to choose that compound which is the maximum number of atom and then within that compound choose that element which has the maximum number of atom ठीक है ना फिर ਉਹਦੇ ਨੰਬਰ ਆਫ ਐਟਮ ਨੂੰ ਅਸੀਂ ਬੈਲੈਂਸ ਕਰਨ ਦੇ ਲਈ ਜੇ ਖੱਬੇ ਪਾਸੇ ਲਿਆ ਤਾਂ ਸੱਜੇ ਪਾਸੇ ਫੈਕਟਰ ਨਾਲ ਮਲਟੀਪਲਾਈ ਕਰਨਾ 2 3 4 ਜਿਹਦੇ ਨਾਲ ਵੀ ਹੁੰਦਾ ਜੇ ਸੱਜੇ ਪਾਸੇ ਲਿਆ ਤਾਂ ਖੱਬੇ ਪਾਸੇ ਮਲਟੀਪਲਾਈ ਕਰਨਾ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਉਹਨੇ ਬੈਲੈਂਸ ਹੋ ਜਾਣਾ ਬਾਕੀ ਘੱਟ ਵੱਧ ਜਾਣੇ ਉਹਨਾਂ ਨੂੰ ਬੈਲੈਂਸ ਕਰਨ ਦੇ ਲਈ ਫਿਰ ਦੋਨੇ ਪਾਸੇ ਆਪਾਂ ਗੁਣ ਫੈਕਟਰਾਂ ਨਾਲ ਮਲਟੀਪਲਾਈ ਕਰਦੇ ਜਾਣਾ ਅਲਟੀਮੇਟਲੀ ਸਾਡੇ ਕੀ ਹੋਣਾ ਬੈਲੈਂਸ ਹੋ ਜਾਣਾ ਠੀਕ ਹੈ ਜੀ ਆ ਸਮਝ ਲੱਗ ਗਿਆ ਆਪਣਾ ਇਸੇ ਸੈਕੰਡ ਕੁਐਸਚਨ ਹੁਣ ਬੇਟਾ ਹੈਗਾ ਥਰਡ ਕੁਐਸਚਨ ਇਹਦੇ ਵਿੱਚ ਥਰਡ ਕੁਐਸਚਨ ਕੀ ਹੈਗਾ ਪਹਿਲਾਂ ਤਾਂ ਅਸੀਂ ਕੀ ਕਰਨਾ ਉਹ ਕਹਿੰਦਾ ਰਾਈਟ ਅ ਬੈਲੈਂਸਡ ਕੈਮੀਕਲ ਇਕੁਏਸ਼ਨ ਵਿਦ ਸਟੇਟ ਸਿੰਬਲ ਨਾਲ ਆਪਾਂ ਸਿੰਬਲ ਯੂਜ਼ ਕਰਨੇ ਆ ਵੀ ਸੋਲਿਡ ਵਾ ਲਿਕਵਿਡ ਵਾ ਗੈਸ ਵਾ ਵਿਦ ਸਟੇਟ ਸਿੰਬਲ ਫॉर ਦਾ ਫੋਲੋਇੰਗ ਰਿਐਕਸ਼ਨ ਜਿਹੜੀ ਪਹਿਲੀ ਰਿਐਕਸ਼ਨ ਹੈਗੀ ਆ ਬੇਟਾ ਉਹ ਹੈਗਾ ਤੇ सोडियम सॉरी सॉल्यूशंस ऑफ बेरियम क्लोराइड एंड सोडियम सल्फेट इन वाटर मतलब एक्वा सॉल्यूशन है केदी बेरियम क्लोराइड एंड सोडियम सल्फेट सॉल्यूशन ऑफ बेरियम क्लोराइड एंड सोडियम सल्फेट इन वाटर बेटा साडे कोल जिहड़े दोने कंपाउंड हुंदे साल्ट हुंदे ठीक है दोनों बेसिकली साल्ट आ जो असं वाटर में घोल लेंगे फिर एक्वस बन जाते हैं ठीक है ना एक्वस सॉल्यूशन बेरियम क्लोराइड एंड सोडियम सल्फेट इन वाटर रिएक्ट टू गिव बना दे की आ टू गिव बेरियम सल्फेट
इनसॉल्यूबल लिखा उन्हें, इनसॉल्यूबल बेरियम सल्फेट एंड सॉल्यूशन ऑफ सोडियम क्लोराइड। पहला साडा क्वेश्चन है समझना, ठीक है ना। दो रिएक्टेंट सीगे, ये दो प्रोडक्ट बने आ। एक वो कहता बेरियम क्लोराइड ते सोडियम सल्फेट दी वाटर दी सलूशन इन वाटर रिएक्ट, मतलब इनू भी पानी च घोलिया, इनू पानी च घोलिया, दोनों नूं बाद च मिक्स कर दिता। जो रिएक्शन हो गई तो की बन गया, इनसॉल्यूबल बेरियम सल्फेट बन गया। इनसॉल्यूबल मतलब हुंदा थल्ले बह जांदा, प्रेसिपिटेट बन जांदे। एंड सोडियम क्लोराइड आर फॉर्म, ठीक है जी। हुण असीं इहनूं बैलेंस करना, देखो बेरियम क्लोराइड की हुंदा बेटा, ये हुंदा BaCl2, ठीक है। सोडियम सल्फेट हुंदा Na2SO4। हुण आ ना क्यों सर भी आया था SO4 ब्रैकेट विच लिखिया सीगा बेटा, ये 9th क्लास का टॉपिक सीगा जिहदे विच असीं हाउ टू राइट ए कैमिकल फार्मूला सीखे से, ठीक है जी। तुहानूं याद होवे किसे नूं, ठीक है जी। ਇਹਦੇ ਨਾਲ ਬੇਟਾ ਲੈਣਾ ਸਟੇਟ, ਇਹ AQ ਆ ਕਿਉਂ ਵਾਟਰ ਵਿੱਚ ਘੋਲਿਆ, ਇਹਦੇ ਨਾਲ ਆਪਾਂ AQ ਲਿਖਾਂਗੇ, ਇਹਦੇ ਨਾਲ ਵੀ ਆਪਾਂ ਲਿਖਾਂਗੇ AQ, ਤੇ ਬਣ ਕੀ ਜਾਂਦਾ, ਬਣ ਗਿਆ ਬੇਰੀਅਮ ਸਲਫੇਟ, ਠੀਕ ਹੈ ਨਾ, BaSO4। ਇਨਸੋਲੂਬਲ ਲਿਖਿਆ, ਉਹਦਾ ਮਤਲਬ ਉਹਦਾ ਪ੍ਰੈਸੀਪੇਟ ਥੱਲੇ ਨੂੰ ਆਣਾ, ਠੀਕ ਹੈ ਨਾ। ਅਸੀਂ ਬੋਲਦੇ ਆ PPT, ਇਹਦਾ ਮਤਲਬ ਹੁੰਦਾ ਪ੍ਰੈਸੀਪਟੇਟ। ਇਹਦਾ ਜਿਹੜਾ ਲਿਖਿਆ ਨਾ ਅਸੀਂ, ਇਹ ਮੈਂ ਦੱਸਦਾ ਅੰਦਰ ਪਾਸੇ ਤੁਹਾਨੂੰ, ਇਹਦਾ ਮਤਲਬ ਹੁੰਦਾ ਪ੍ਰੈਸੀਪਟੇਟ। ਪ੍ਰੈਸੀਪਟੇਟ ਬੇਟਾ ਕੀ ਹੁੰਦਾ, ਅਸੀਂ ਜਿਹੜਾ ਹੈਗਾ ਅੱਗੇ ਇਹਦੇ ਟੌਪਿਕ ਆਣਾ ਟਾਈਪਸ ਆਫ ਕੈਮੀਕਲ ਰਿਐਕਸ਼ਨ, मैं लैके आऊँगा तुहानूं लैबोरेटरी तो समान चक के तुहानूं मैं अक्सर करके दऊँगा भी प्रेसीपेट की हुंदा, तुहानूं दिखाऊँगा मैं, ठीक है जी। बेरियम सल्फेट प्लस बन गया सोडियम NaCl। हुण बेटा इहनूं बैलेंस करना, देखो किदां बैलेंस करोगे तुसीं, सारे क्लास विच हैगे। हुण बेटा देखो ध्यान दिओ, ਇਹਦੇ ਵਿੱਚ ਕਿੰਨੇ ਐਟਮ ਆ, किन्ने बोलो शाबाश, ਇਹਦੇ ਵਿੱਚ 3 ਆ, ਇਹਦੇ ਵਿੱਚ ਕਿੰਨੇ ਆ ਦੇਖੋ ਧਿਆਨ ਦਿਓ, ਹਾਂ ਇਹਦੇ ਵਿੱਚ 2 3 ਤੇ 4 3 7 ਵਾ। ਇਹਦੇ ਵਿੱਚ ਬੇਟਾ ਕਿੰਨੇ ਆ, ਇਹਦੇ ਵਿੱਚ ਕਿੰਨੇ ਆ, ਨਹੀਂ ਹਾਂ बेटा 6 ਆ, BA बेरियम 1 2 1 सल्फर ਤੇ 4 4 1 5 ਤੇ 6। ਇਹਦੇ ਵਿੱਚ ਕਿੰਨੇ ਆ, ਇਹਦੇ ਵਿੱਚ 2 ਆ, ਠੀਕ ਹੈ ਨਾ। ਸਭ ਤੋਂ ਜ਼ਿਆਦਾ ਕਿਹਦੇ ਵਿੱਚ ਆ, ਸਭ ਤੋਂ ਜ਼ਿਆਦਾ ਸੋਡੀਅਮ ਸਲਫੇਟ ਦੇ ਵਿੱਚ ਆ, ਠੀਕ ਹੈ ਨਾ। ਹੁਣ ਸੋਡੀਅਮ ਸਲਫੇਟ ਵਿੱਚ ਸਭ ਤੋਂ ਜ਼ਿਆਦਾ ਕੌਣ ਵਾ, ਆਕਸੀਜਨ ਵਾ, 4 ਆ ਨਾ, 4 ਇੱਧਰ ਵਾ 4 ਇੱਧਰ ਵਾ, ਇਹਦਾ ਦੋਨੇ ਪਾਸੇ ਬਰਾਬਰ ਹੋ ਗਈ ਬੇਟਾ। ਫਿਰ ਹੁਣ ਅੱਗੇ ਕੀ ਕਰਨਾ ਹੁੰਦਾ, ਅਗਰ ਉਹ ਜਿਹੜਾ ਆਪਾਂ ਕੰਪਾਊਂਡ ਚੂਜ਼ ਕਰਨ ਤੋਂ ਬਾਅਦ ਜਿਹੜਾ ਨੰਬਰ ਆਫ ਐਟਮ ਦੋਨੇ ਪਾਸੇ ਬਰਾਬਰ ਹੋਣ, ਫਿਰ ਅਸੀਂ ਕੀ ਕਰਨਾ ਆ, ਫਿਰ ਆਪਾਂ ਉਹਦੇ ਵਿੱਚ ਹੋਰ ਦੇਖਣਾ ਵੀ ਹੋਰ ਕਿਹਦੀ ਗਿਣਤੀ ਸਭ ਤੋਂ ਜ਼ਿਆਦਾ। ਇਹ ਤਾਂ 4 ਇੱਧਰ ਵੀ ਹੋ ਗਏ 4 ਇੱਧਰ ਹੋ ਗਏ, ਹੁਣ ਇਹਦਾ ਸੋਡੀਅਮ ਆ ਗਿਆ ਸਾਡੇ ਕੋਲ, ਇਹ 2 ਆ ਨਾ ਇੱਧਰ, Na2 2 ਆ ਤੇ ਇੱਧਰ ਕਿੰਨੇ ਆ ਸੋਡੀਅਮ, ਇੱਥੇ ਆਪਾਂ ਕੀ ਕਰਨਾ, ਇੱਥੇ 2 ਦੇ ਨਾਲ ਮਲਟੀਪਲਾਈ ਹੋ ਗਿਆ। ਹੁਣ ਇਹਦੀ ਮਲਟੀਪਲਾਈ ਹੋਣਾ ਕੀ ਆ, Na ਵੀ 2 ਹੋ ਗਿਆ, Cl ਵੀ 2 ਹੋ ਗਿਆ, ਤੇ ਇੱਧਰ ਕਿੰਨੇ ਸਾਡੇ ਕੋਲ, ਇੱਧਰ 2 Cl ਇੱਧਰ 2 ਹੈਗੇ ਹੀ ਹੈਗੇ ਆ, ਠੀਕ ਹੈ ਨਾ। Cl मतलब क्लोरीन बैलेंस हो गई, ਤੇ ਬੇਰੀਅਮ ਇੱਧਰ ਵੀ ਇੱਕ ਵਾ, ਇੱਧਰ ਵੀ ਇੱਕ ਵਾ, ਸਲਫਰ ਇੱਥੇ ਵੀ ਇੱਕ ਵਾ, ਸਲਫਰ ਇੱਥੇ ਵੀ ਇੱਕ ਵਾ, ਸਾਡੀ ਕੀ ਹੋ ਗਈ ਕੈਮੀਕਲ ਇਕੁਏਸ਼ਨ ਇਹ बैलेंस हो गई। कुछ समझ लग गया कुछ, बेटा अगर जिथे भी कुछ नहीं पता लगता तुसी मैनू पुछ लेना, ठीक है ना। ਇਹਦੇ ਨਾਲ ਸਾਡਾ ਕੀ ਹੋ ਗਿਆ, ਅਗਰ ਇੱਕ ਦੀ ਗਿਣਤੀ ਬਰਾਬਰ ਵਾ ਤਾਂ ਉਹਦੇ ਵਿੱਚ ਜਿਹੜਾ ਦੂਸਰੇ ਦੀ ਗਿਣਤੀ ਕਿੰਨੀ ਹੈਗੀ ਆ ਉਹਨੂੰ ਅਸੀਂ ਬੈਲੈਂਸ ਕਰਨ ਦੇ ਲਈ ਫਿਰ ਅਸੀਂ ਕੀ ਕਰਨਾ, ਉਹਦੇ ਨਾਲ ਮਲਟੀਪਲਾਈ ਕਰ ਦੇਣਾ। ਇਹ ਸਾਡੇ ਕੋਲ 2 ਲੱਗ ਗਏ ਇਹਦੇ ਨਾਲ, ਠੀਕ ਹੈ ਨਾ, ਸਾਡਾ ਸਾਰਾ ਬੈਲੈਂਸ ਹੋ ਗਿਆ। ਇਹਦੇ ਵਿੱਚ ਬੇਟਾ ਹੈਗਾ ਸੈਕੰਡ ਪਾਰਟ, ਇਹ ਸੀਗਾ ਫਸਟ ਪਾਰਟ। ਸੈਕੰਡ ਪਾਰਟ ਕੀ ਕਹਿੰਦਾ, ਸੋਡੀਅਮ ਹਾਈਡਰੋਕਸਾਈਡ ਸੋਲੂਸ਼ਨ ਇਨ ਵਾਟਰ। ਇਹ ਸੋਲੂਸ਼ਨ ਆ sodium hydroxide solution in water react with hydrochloric acid।
ਹਾਈਡਰੋਕਲੋਰਿਕ ਐਸਿਡ ਟੂ ਫਾਰਮ ਕੀ ਬਣਾਉਂਦੀ ਆ ਉਹ ਟੂ ਪ੍ਰੋਡਿਊਸ ਸੋਡੀਅਮ ਕਲੋਰਾਈਡ। ਸੋਡੀਅਮ ਕਲੋਰਾਈਡ ਸੋਲੂਸ਼ਨ ਐਂਡ ਵਾਟਰ, ਠੀਕ ਹੈ, ਨਾਲ ਬਣਦਾ ਵਾਟਰ। ਬੇਟਾ ਜਿਹੜਾ ਸੋਡੀਅਮ ਹਾਈਡਰੋਕਸਾਈਡ ਹੁੰਦਾ ਇਹ ਹੁੰਦਾ NaOH, ਹਾਈਡਰੋਕਲੋਰਿਕ ਐਸਿਡ ਹੁੰਦਾ HCl, ਠੀਕ ਆ ਜੀ। ਸੋਡੀਅਮ ਬਣਦਾ NaCl। ਵਾਟਰ ਦਾ ਫਾਰਮੂਲਾ ਪਤਾ ਕਿਸੇ ਨੂੰ? ਕੀ ਹੁੰਦਾ? H2O, ਠੀਕ ਆ ਜੀ। ਹੁਣ ਬੇਟਾ ਧਿਆਨ ਦਿਓ, ਹੁਣ ਕੀ ਕਰਨਾ ਅਸੀਂ ਬੈਲੈਂਸ ਕਰਨਾ ਆ। ਇਹਦੇ ਵਿੱਚ ਕਿੰਨੇ ਆ ਐਟਮ? 1 2 3, ਇਹਦੇ ਵਿੱਚ 1 2, ਇਹਦੇ ਵਿੱਚ 1 2, ਇਹਦੇ ਵਿੱਚ 2 ਤੇ 1 3, H3 H2 H2 ਇਹਦੇ ਵਿੱਚ 3, ਠੀਕ ਹੈ ਨਾ। ਹੁਣ ਅਸੀਂ ਇੱਧਰ ਦੇਖੋ 3 ਵਾ, ਇੱਧਰ ਵੀ 3 ਵਾ, ਪਰ ਹੁਣ ਆਪਾਂ ਦੇਖੋ ਧਿਆਨ ਦਿਓ ਵੀ ਇਹਦੇ ਵਿੱਚ, ਕਿਉਂਕਿ ਇਹਦੇ ਵਿੱਚ ਜਿਹੜੀ ਗਿਣਤੀ ਆ 3, H ਵੀ 3 ਹੀ ਆ, H ਵੀ 3, ਪਰ ਇਹ 'ਚ ਹਾਈਡਰੋਜਨ ਆਪਾਂ ਦੇਖਣੀ ਆ, ਠੀਕ ਹੈ ਨਾ। ਹਾਈਡਰੋਜਨ ਕਿੰਨੀ ਇਹਦੇ ਵਿੱਚ? 2 ਆ ਨਾ। ਤੇ ਇੱਧਰ ਕਿੰਨੀ ਹਾਈਡਰੋਜਨ? 1 ਤੇ 2, ਦੋਨੇ ਪਾਸੇ ਹਾਈਡਰੋਜਨ ਬਰਾਬਰ ਵਾ। ਇੱਧਰ ਵੀ 2 ਹਾਈਡਰੋਜਨ ਆ, ਇੱਧਰ ਵੀ 2 ਹਾਈਡਰੋਜਨ ਆ, ਠੀਕ ਹੈ ਨਾ। ਤੇ ਗਾਂ ਚੱਲੋ, ਸੋਡੀਅਮ ਇੱਧਰ ਵੀ 1 ਵਾ, ਇੱਧਰ ਵੀ 1 ਵਾ, ਠੀਕ ਹੈ ਨਾ। ਆਕਸੀਜਨ ਇੱਧਰ ਵੀ 1 ਵਾ, ਇੱਧਰ ਵੀ 1 ਵਾ, ਕਲੋਰੀਨ ਇੱਧਰ ਵੀ 1 ਆ, ਇੱਧਰ ਵੀ 1। ਇਹ ਕੀ ਆ? ਬੈਲੈਂਸ ਵਾ, ਇਹ ਪਹਿਲੇ ਹੀ ਬੈਲੈਂਸ ਵਾ, ਠੀਕ ਹੈ ਨਾ। ਪਰ ਅਸੀਂ ਸਟੇਟ ਮੈਂਸ਼ਨ ਕਰਨੀ। ਸਟੇਟ ਕੀ ਇਹਦੇ ਨਾਲ ਲਿਖਣਾ ਅਸੀਂ? AQ। ਇਹ ਜਿਹੜਾ ਹੁੰਦਾ ਲਿਕਵਿਡ, ਹਾਈਡਰੋਕਲੋਰਿਕ ਐਸਿਡ ਲਿਕਵਿਡ ਹੁੰਦਾ। NaCl ਜਿਹੜਾ ਸੋਲੂਸ਼ਨ ਬਣਾਈ ਉਹਨੇ ਵਾਟਰ ਦੇ ਵਿੱਚ, ਇਸ ਕਰਕੇ ਇਹ ਬਣ ਗਿਆ AQ। ਤੇ ਆਹ ਤਾਂ ਤੁਹਾਡਾ ਲਿਕਵਿਡ ਹੁੰਦਾ ਹੀ ਹੁੰਦਾ, ਠੀਕ ਆ ਜੀ। ਇਹ ਤੁਹਾਡਾ ਅੱਜ ਦਾ ਕੰਮ ਸੀਗਾ ਜੋ ਮੈਂ ਤੁਹਾਨੂੰ ਕਰਾਉਣਾ ਸੀਗਾ। ਅਗਰ ਤੁਹਾਨੂੰ ਕੁਝ ਨਹੀਂ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਦੱਸ ਦਿਓ, ਪਰ ਮੈਂ ਜੋ ਮੇਰੇ ਪੱਲੇ ਸੀਗਾ, ਠੀਕ ਆ ਨਾ, ਮੈਂ ਸਾਰਾ ਹੀ ਤੁਹਾਨੂੰ ਦੇ ਦਿੱਤਾ ਅੱਜ। ਹਾਂ ਬਈ ਕਿੰਮੀ ਪ੍ਰਿਆ, ਸਮਝ ਲੱਗਿਆ ਕੁਛ? ਕਲਾਸ ਵਿੱਚ ਸੀਗੀਆਂ ਪੂਰਾ ਟਾਈਮ? ਦੇਖ ਲਓ, ਝੂਠ ਬੋਲੇ ਕਊਆ ਕਾਟੇ। ਚਲੋ ਇਹ ਪੁੱਤ ਇੰਨਾ ਹੀ ਕੰਮ ਸੀਗਾ। ਦੇਖੋ ਹੋਇਆ ਆਪਣਾ ਇੱਕੋ ਪੇਜ ਵਾ, ਠੀਕ ਹੈ ਨਾ, ਪਰ ਇਹਦੇ ਲਈ 1 ਘੰਟਾ ਲੱਗ ਗਿਆ। ਇਹ ਪੁੱਤ ਸਮਝਣਾ ਬਹੁਤ ਜ਼ਰੂਰੀ ਸੀਗਾ, ਵੈਰੀ ਇੰਪੋਰਟੈਂਟ ਪਾਰਟ ਆਫ ਦਿਸ ਚੈਪਟਰ। ਇਹਦੇ ਨਾਲ ਦੇ ਹੋਰ ਕੁਐਸਚਨ ਵੀ ਹੋਣੇ, ਆਪਾਂ ਕੁਐਸਚਨ ਡਿਸਕਸ ਕਰਾਂਗੇ ਪਰਸੋਂ ਨੂੰ, ਠੀਕ ਹੈ ਨਾ। ਤੁਹਾਨੂੰ ਕੁਐਸਚਨ ਆ ਜਾਣੇ ਆ, ਇਹ ਆਨਸਰ ਆ ਜਾਣੇ, ਤੁਸੀਂ ਆਪਣੀ ਕਾਪੀ ਤੇ ਨੋਟ ਕਰਕੇ, ਔਰ ਮੇਰੀ ਬੇਨਤੀ ਆ ਉਹਨੂੰ ਮੈਨੂੰ ਸੈਂਡ ਕਰ ਦਿਓ, ਮੈਨੂੰ ਪਤਾ ਲੱਗੇ ਵੀ ਤੁਸੀਂ ਲਿਖਦੇ ਕਿ ਨਹੀਂ ਲਿਖਦੇ ਨਾਲ, ਠੀਕ ਹੈ। ਕੋਈ ਬੱਚਾ ਵੀ ਮੈਨੂੰ ਅਸਾਈਨਮੈਂਟ ਸੈਂਡ ਨਹੀਂ ਕਰਦਾ। ਮੈਂ ਬੜੀਆਂ ਮਿਹਨਤਾਂ ਕੀਤੀਆਂ, ਹਾਰ ਕੇ ਮਿਹਨਤਾਂ ਕਰਨੀ ਛੱਡਤੀਆਂ, ਖਾਸ ਕਰਕੇ ਮਿਨਰਵਾ ਸਕੂਲ ਦੇ ਬੱਚਿਆਂ ਦੀ। ਮੇਰੇ ਆਪਣੇ ਤਾਂ ਬੱਚੇ ਸੀਗੇ ਜਿੱਦਾਂ ਦੇ ਸੀਗੇ, ਤੁਸੀਂ ਵੀ ਉਦਾਂ ਦੇ ਨਾ ਬਣੋ, ਠੀਕ ਆ ਜੀ। ਹਾਂ, ਕਿਸੇ ਨੇ ਕੋਈ ਬਲਵਿੰਦਰ ਕੌਰ ਜੀ ਕੁਝ ਪੁੱਛਣਾ ਪੁੱਤ? ਬਲਵਿੰਦਰ ਕੌਰ, ਬਲਵਿੰਦਰ ਕੌਰ ਚਲੇ ਗਈ, ਕਲਾਸ 'ਚ ਹੈਗੀ ਆ? ਉਹ ਸਮਝ ਲੱਗ ਗਿਆ ਬਈ? ਮੈਂ ਪੁੱਛਿਆ ਸਮਝ ਲੱਗ ਗਿਆ? ਚਲੋ ਸਿਮਰਨ ਬਾਸ਼ਲ ਹੈਗੀ ਆ? ਹਾਂ ਬੇਟਾ, ਕੋਈ ਵੀ ਗੱਲ ਨਹੀਂ ਪਤਾ ਲੱਗਦੀ ਤਾਂ ਸਮਝ ਲੈਣਾ। ਗੁਰੂ ਸਮਰਪਿਤ, ਜਿਹਦਾ ਮੈਂ ਨਾਂ ਨਹੀਂ ਲੈਣਾ, ਇਹ ਨਾ ਮੇਰਾ ਨਾਂ ਨਹੀਂ ਲਿਆ ਸਰ ਨੇ। ਸੰਜਣਾ, ਜੋ ਵੀ ਬੱਚੇ ਹੈਗੇ ਆ, ਗੁਰਵਿੰਦਰ, ਅੱਜ ਗੁਰਵਿੰਦਰ ਵੀ ਕਲਾਸ 'ਚ ਆਏ ਆ। ਚਲੋ ਬੇਟਾ, ਬਾਕੀ ਗੁਰਵਿੰਦਰ ਜਿਹੜੇ ਤੁਹਾਡੇ ਮਿੱਤਰ ਹੈਗੇ ਨਾ ਬੇਟਾ, ਜੋ ਤੁਹਾਡੀਆਂ ਫਰੈਂਡਸ ਹੈਗੀਆਂ ਪ੍ਰਿਆ ਵਗੈਰਾ, ਬੇਟਾ ਉਹਨਾਂ ਨੂੰ ਕਿਹਾ ਕਰੋ ਵੀ ਦੇਖੋ ਕਲਾਸ ਆਪਾਂ 3 ਦਿਨ ਲਾਣੀ ਆ, ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ, ਔਰ 1 ਘੰਟਾ ਆਪਾਂ ਕੱਢਣਾ ਆ। 1 ਘੰਟਾ ਨਹੀਂ ਤੁਸੀਂ ਕੱਢ ਸਕਦੇ, ਪੜ੍ਹਾਈ ਲਈ ਫਿਰ ਕੀ ਕਰੋਗੇ ਤੁਸੀਂ? ਅੱਛਾ, ਚਲੋ ਬੇਟਾ, ਇਹ ਬਹੁਤ ਸਿੰਪਲ ਕੰਮ ਆ, ਬਹੁਤ ਸਿੰਪਲ ਕੰਮ ਆ। ਅਗਰ ਤੁਸੀਂ ਐਪ ਦੇਖੋ, ਅਗਰ ਤੁਸੀਂ ਐਪ ਡਾਊਨਲੋਡ ਕਰ ਲਓ ਨਾ, ਉਸ ਐਪ ਦੇ ਵਿੱਚ ਜੋ ਮੈਂ ਅੱਜ ਕਰਾਇਆ ਨਾ ਰਿਕਾਰਡਿੰਗ, ਉਹਦੇ ਵਿੱਚ ਸੇਵ ਹੋ ਜਾਣੀ ਆਪਣੇ ਆਪ ਹੀ, ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਆ, ਹੈ ਜੀ। ਹਾਂ, ਜਦੋਂ ਮਰਜ਼ੀ, ਪਤਾ ਜਦੋਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ। ਇਹ ਐਪ ਇਦਾਂ ਦੀ ਆ, ਜ਼ੂਮ ਦੇ ਵਿੱਚ ਇਹ ਆਪਸ਼ਨਾਂ ਨਹੀਂ ਹੈਗੀਆਂ। ਜ਼ੂਮ ਦੇ ਨਾਲ ਫੋਨ ਬਹੁਤ ਗਰਮ ਹੁੰਦਾ ਔਰ ਕਨੈਕਸ਼ਨ ਟੁੱਟਦਾ ਰਹਿੰਦਾ ਆ। ਇਹ ਬਹੁਤ ਸਿੰਪਲ ਐਪ ਆ, ਇਹਦੇ ਵਿੱਚ ਸਾਰਾ ਕੁਝ ਪਤਾ
ਸਾਰਾ ਕੁਝ ਰਿਕਾਰਡਿੰਗ ਮਿਲ ਜਾਣੀ ਤੁਹਾਨੂੰ, ਜੋ ਕੁਝ ਵੀ ਜਦੋਂ ਮਰਜ਼ੀ ਦੇਖ ਲਓ, ਇੱਕ ਵਾਰ ਦੇਖੋ 20 ਵਾਰ ਦੇਖੋ। ਠੀਕ ਆ ਪੁੱਤ, ਚਲੋ ਗੁੱਡ ਬਾਏ। ਠੀਕ ਆ, ਮੈਂ ਪਰਸੋਂ ਨੂੰ ਮਿਲਣਾ, ਬਾਕੀਆਂ ਨੂੰ ਕੋਸ਼ਿਸ਼ ਕਰੋ ਵੀ ਉਹ ਵੀ ਆਣ ਜ਼ਰੂਰ। ਕਿਆ ਪੁੱਤ? ਉਹ ਜਿਹੜੀ ਤੁਹਾਡੀ ਐਪ ਆ ਨਾ, ਐਪ, ਇਸ ਐਪ ਦੇ ਵਿੱਚ ਰਿਕਾਰਡਿੰਗ ਹੋਣੀ ਆ, ਰਿਕਾਰਡਿੰਗ। ਉਸ ਰਿਕਾਰਡਿੰਗ ਦੇ ਵਿੱਚ ਸਾਰਾ ਕੁਝ ਆ ਜਾਣਾ ਆ, ਪਰ ਆ ਜੋ ਰਿਕਾਰਡ ਹੁਣ ਹੋਇਆ ਨਾ, ਅਸੀਂ ਇਹ 24 ਘੰਟੇ ਬਾਅਦ ਦੱਸਣਾ ਤੁਹਾਨੂੰ। ਉਹਦੀ ਵਜ੍ਹਾ ਹੈ ਜੋ ਤੁਸੀਂ ਬੱਚੇ ਬੋਲਦੇ ਆ ਨਾ, ਉਹਨੂੰ ਕੱਟਣਾ ਹੁੰਦਾ। ਸਿਰਫ ਮੇਰੀ ਆਵਾਜ਼ ਤੁਹਾਨੂੰ ਆਣੀ ਹੁੰਦੀ, ਉਹਦੇ ਲਈ ਇਹਦੀ ਪ੍ਰੋਸੈਸਿੰਗ ਹੁੰਦੀ, ਉਹ ਟਾਈਮ ਲੱਗਦਾ 24 ਘੰਟੇ। ਜਿਹੜਾ ਅਸੀਂ ਪਰਸੋਂ ਕੰਮ ਕੀਤਾ ਸੀ ਨਾ, ਮੈਂ ਜੇ ਰਿਕਾਰਡ ਨਹੀਂ ਕੀਤਾ ਸੀ, ਜੇ ਰਿਕਾਰਡਿੰਗ ਮੈਂ ਕੀਤੀ ਹੋਈ ਤਾਂ ਤੁਹਾਨੂੰ ਪਰਸੋਂ ਵਾਲਾ ਕੰਮ ਦਿਸ ਜਾਣਾ, ਜੋ ਅਸੀਂ ਸੋਮਵਾਰੀ ਕੀਤਾ ਸੀਗਾ। ਠੀਕ ਹੈ ਜੀ। ਹਾਂ ਬੇਟਾ, ਧਿਆਨ ਨਾਲ ਕਲਾਸ ਵਿੱਚ ਜ਼ਰੂਰ ਆਇਆ ਕਰੋ, ਮੈਥ ਸਾਇੰਸ ਦੀ ਕਲਾਸ ਨਾ ਮਿਸ ਕਰੋ ਕਦੇ ਵੀ। ਓਕੇ ਜੀ, ਓਕੇ ਬੇਟਾ, ਬਾਕੀਆਂ ਨੂੰ ਵੀ ਕਿਉਂ। ਠੀਕ ਹੈ ਜੀ।